ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਅਸੀਂ ਹਰ ਸ਼ੁੱਕਰਵਾਰ ਦੀ ਤਰ੍ਹਾਂ ਭਗਤ ਬਾਣੀ ਵਿੱਚੋਂ ਜੋ ਸਾਡੇ ਸ਼ਬਦ ਹਨ ਉਹਨਾਂ ਦੀ ਵਿਚਾਰ ਕਰਦੇ ਹਾਂ। ਅੱਜ ਗੌੜੀ ਰਾਗ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 324 ਤੇ ਸ਼ੋਭਤ ਹੈ। ਸੰਧਿਆ ਭਾਤ ਇਸ਼ਨਾਨ ਕਰਾਹੀ, ਜਿਉ ਭਏ ਦਾਦੁਰ ਪਾਣੀ ਮਾਹੀ। ਜਿਹਦੀ ਰਹਾਉ ਦੀ ਪੰਕਤੀ ਹੈ, ਜੋ ਪੈ ਰਾਮ ਰਾਮ ਰਤ ਨਾਹੀ, ਤੇ ਸਭ ਧਰਮ ਰਾਏ ਪੈ ਜਾਏ। ਇਹ ਰਹਾਉ ਦੀ ਪੰਕਤੀ। तो ਇਸ ਸ਼ਬਦ ਦੀ ਅੱਜ ਵਿਚਾਰ ਤੋਂ ਪਹਿਲਾਂ ਸ਼ਬਦ ਦਾ ਗਾਇਨ ਹਰਪ੍ਰੀਤ ਕੌਰ ਜੀ ਰੰਗਾਬਾਦ ਤੋਂ ਇਹ ਕਰਨਗੇ। ਉਸ ਤੋਂ ਪਹਿਲਾਂ ਅਸੀਂ ਮੂਲ ਗੀਤ ਦਾ ਪਾਠ ਕਰ ਲਈਏ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਜੋ ਇਹ ਆਗੇ ਮੈਂ ਬੇਨਤੀ ਕਰ ਰਿਹਾ ਹਾਂ, ਸ਼ਬਦ ਦੀ ਵਿਚਾਰ ਹੋਣੀ ਹੈ। ਬੱਚੀ ਹਰਪ੍ਰੀਤ ਕੌਰ ਜੀ ਗਾਇਨ ਕਰਨ। ਮੈਂ ਉਹਨਾਂ ਨੂੰ ਬੇਨਤੀ ਕਰ ਕਿ ਸ਼ਬਦ ਗਾਇਨ ਕਰਨ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੋ ਗੁਰਮੁਖ ਪਿਆਰੇ ਜਨ ਜੋ ਅੱਜ ਦੀ ਇਸ ਕਲਾਸ ਦੀ ਹਾਜ਼ਰੀ ਭਰ ਰਹੇ ਹੋ, ਵਡਭਾਗੀ ਜੀਵ ਹੋ ਜੋ ਸਤਿਗੁਰੂ ਪਾਤਸ਼ਾਹ ਦੀ ਪਵਿੱਤਰ ਬਾਣੀ ਨਾਲ ਜੁੜ ਕੇ ਜੋ ਉਪਰਾਲਾ ਗੁਰਮੁਖ ਪਿਆਰਿਆਂ ਵੱਲੋਂ ਕੀਤਾ ਗਿਆ, ਅਸੀਂ ਘਰ ਬੈਠੇ ਅਜੋਕੇ ਸਮੇਂ ਦੇ ਅੰਦਰ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਇਨ ਕਰ ਸਕੀਏ। ਗੁਰਮਤਿ ਦੇ ਸਿਧਾਂਤ ਸਾਨੂੰ ਸਮਝ ਆ ਜਾਣ, ਉਹ ਇੱਕ ਉਪਰਾਲਾ ਸੀ। ਸੋ ਅੱਜ ਦੀ ਇਸ ਕਲਾਸ ਦੇ ਅੰਦਰ ਜੋ ਸ਼ਬਦ ਗਾਇਨ ਕੀਤਾ ਗਿਆ ਹੈ, ਜੋ ਕਿ ਗੋੜੀ ਰਾਗ ਦੇ ਅੰਦਰ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 324 ਦੇ ਉੱਤੇ ਸੁਸ਼ੋਭਿਤ ਹੈ। ਉਸ ਦਾ ਆਪ ਜੀ ਨੇ ਕੀਰਤਨ ਜੋ ਹੈ ਬੜੀ ਹੀ ਰਸਪਿੰਨੀ ਆਵਾਜ਼ ਦੇ ਵਿੱਚ ਸਰਵਣ ਕੀਤਾ ਹੈ, ਜਿਹਦੇ ਅੰਦਰ ਸ਼ਬਦ ਦੀ ਜੋ ਸਤਿਗੁਰੂ ਪਾਤਸ਼ਾਹ ਨੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਵਿਚਾਰਧਾਰਾ ਹੈ, ਉਸੇ ਵਿਚਾਰਧਾਰਾ ਨੂੰ ਇਸ ਸ਼ਬਦ ਰਾਹੀਂ ਭਗਤ ਕਬੀਰ ਜੀ ਪ੍ਰਗਟ ਕਰ ਰਹੇ ਹਨ। ਸੰਧਿਆ ਪ੍ਰਾਤ ਇਸ਼ਨਾਨ ਕਰਾਹੀ, ਜਿਉ ਪਿਹੇ ਦਾਦੁਰ ਪਾਨੀ ਮਾਹੀ। ਜੋ ਪੈ ਰਾਮ ਰਾਮ ਰਤ ਨਾਹੀ, ਤੇ ਸਭ ਧਰਮ ਰਾਏ ਕਹਿ ਜਾਈ। ਕਾਇਆ ਰਤ ਬੋ ਰੂਪ ਰਚਾਈ, ਤਿਨ ਕੋ ਦਿਆ ਸੁਪਨੇ ਪੀ ਨਾਹੀ। ਚਾਰ ਚਰਨ ਕਹੇ ਬੋ ਆਗਰ, ਸਾਧੂ ਸੁਖ ਪਾਵੇਂ ਕਲ ਸਾਗਰ। ਕਹੋ ਕਬੀਰ ਬੋ ਕਾਏ ਕਰੀਜੈ, ਸਰਬਸ ਛੋੜ ਮਹਾਰਸ ਪੀਜੈ। ਇਹਦੇ ਵਿੱਚ ਜੋ ਰਹਾਉ ਦੀਆਂ ਪੰਕਤੀਆਂ ਨੇ, ਉਹਦੇ ਅੰਦਰ ਭਗਤ ਜੀ ਨੇ ਸਿਧਾਂਤ ਬਖਸ਼ਿਸ਼ ਕੀਤਾ। ਜੋ ਪੈ ਰਾਮ ਰਾਮ ਰਤ ਨਾਹੀ, ਤੇ ਸਭ ਧਰਮ ਰਾਏ ਕੈ ਜਾਈ। ਇਸ ਸ਼ਬਦ ਦੇ ਅੰਦਰ ਭਗਤ ਜੀ ਨੇ ਰਹਾਉ ਦੀਆਂ ਪੰਕਤੀਆਂ ਦੇ ਅੰਦਰ ਜੋ ਸਿਧਾਂਤ ਦਿੱਤਾ ਹੈ, ਉਹ ਇਹ ਹੈ ਕਿ ਜਿਹੜੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਜਪਦੇ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪ੍ਰਭੂ ਪਰਮਾਤਮਾ ਦਾ ਵਾਸਾ ਨਹੀਂ, ਨਾਮ ਪ੍ਰਤੀ ਪਿਆਰ ਨਹੀਂ, ਤਾਂ ਉਹ ਸਾਰੇ ਧਰਮਰਾਜ ਦੇ ਵਸ ਪੈਂਦੇ ਹਨ। ਤੇ ਇਹਦੇ ਅੰਦਰ ਜੋ ਸਤਿਗੁਰੂ ਪਾਤਸ਼ਾਹ ਦੀ ਵਿਚਾਰਧਾਰਾ ਹੈ ਕਿ ਕੇਵਲ ਜੋ ਫੋਕਟ ਕਰਮ ਨੇ, ਉਹਨਾਂ ਰਾਹੀਂ ਮਨੁੱਖ ਦੀ ਪ੍ਰਵਾਨਗੀ ਨਹੀਂ ਹੋ ਸਕਦੀ, ਉਹੀ ਸਿਧਾਂਤ ਸ਼ਬਦ ਗੁਰਬਾਣੀ ਰਾਹੀਂ, ਇਸ ਸ਼ਬਦ ਰਾਹੀਂ ਭਗਤ ਕਬੀਰ ਜੀ ਨੇ ਵੀ ਸਾਨੂੰ ਦ੍ਰਿੜ ਕਰਵਾਇਆ। ਜੋ ਰਹਾਉ ਦੀ ਪੰਕਤੀ ਹੈ, ਜਿਹਦੇ ਅੰਦਰ ਭਗਤ ਜੀ ਬਖਸ਼ਿਸ਼ ਕਰ ਰਹੇ ਹਨ, ਜੋ ਪੈ ਰਾਮ ਰਾਮ ਰਤ ਨਾਹੀ, ਤੇ ਸਭ ਧਰਮ ਰਾਏ ਕਹਿ ਜਾਈ। ਧਰਮਰਾਜ ਅਸਲ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਮਨੁੱਖਤਾ ਦੀ ਬਾਂਹ ਪਕੜੀ, ਗੁਰਮਤਿ ਦਾ ਗਿਆਨ ਦੇਣਾ ਸ਼ੁਰੂ ਕੀਤਾ, ਉਸ ਵੇਲੇ ਇਸ ਭਾਰਤ ਵਰਸ਼ ਦੇ ਅੰਦਰ ਜੋ ਪਹਿਲਾਂ ਤੋਂ ਧਰਮ ਸਨ, ਜੋ ਇੱਥੇ ਲੋਕੀ ਧਰਮ ਦੀ ਕਿਰਿਆਵਾਂ ਕਰ ਰਹੇ ਸਨ, ਉਹਨਾਂ ਦੇ ਅੰਦਰ ਕੁਝ ਉਹਨਾਂ ਦੇ ਵਿਸ਼ਵਾਸ ਸਨ। ਉਹਨਾਂ ਵਿਸ਼ਵਾਸਾਂ ਦੇ ਅੰਦਰ ਹੀ ਕਈ ਕਿਸਮ ਦੇ ਜੋ ਕਰਮਕਾਂਡ ਸਨ, ਉਹ ਪ੍ਰਚਲਿਤ ਹੋ ਗਏ ਸਨ। ਕਈ ਕਿਸਮ ਦੇ ਦੇਵੀ ਦੇਵਤੇ ਜੋ ਸਨ, ਉਹ ਪ੍ਰਚਲਿਤ ਹੋ ਗਏ ਸਨ। ਲੋਕੀ ਉਹਨਾਂ ਦੀ ਪੂਜਾ 'ਚ ਲੱਗੇ ਹੋਏ ਸਨ। ਕਈ ਕਿਸਮ ਦੀਆਂ ਸ਼ਕਤੀਆਂ ਜੋ ਸਨ, ਉਹ ਮੰਨੀਆਂ ਜਾ ਰਹੀਆਂ ਸਨ। ਤੇ ਇਸ ਰਹਾਉ ਦੀ ਪੰਕਤੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜਿਸ ਧਰਮਰਾਜ ਦੀ ਗੱਲ ਕਰਦੇ ਨੇ, ਇਹ ਉਹਨਾਂ ਲੋਕਾਂ ਨੂੰ ਸਮਝਾਉਣ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਭਗਤ ਜੀ ਬਖਸ਼ਿਸ਼ ਕਰ ਰਹੇ ਹਨ। ਜੋ ਪੈ ਰਾਮ ਰਾਮ ਰਤ ਨਾਹੀ, ਤੇ ਸਭ ਧਰਮ ਰਾਏ ਕਹਿ ਜਾਏ। ਭਾਈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਪਿਆਰ ਨਹੀਂ, ਤਾਂ ਉਹ ਸਾਰੇ ਹੀ ਧਰਮਰਾਜ ਦੇ ਵਸ ਪੈਂਦੇ। ਹੁਣ ਜੋ ਹਿੰਦੂ ਫਲਸਫਾ ਹੈ, ਸਨਾਤਨ ਦਾ ਫਲਸਫਾ ਹੈ, ਉਹਦੇ ਮੁਤਾਬਕ ਧਰਮਰਾਜ ਇੱਕੋ ਮੌਤ ਦਾ ਦੇਵਤਾ ਫਰਿਸ਼ਤਾ ਮੰਨਿਆ ਗਿਆ, ਜਿਸ ਨੂੰ ਯਮਰਾਜ ਵੀ ਕਿਹਾ ਗਿਆ, ਕਿ ਭਈ ਇਹ ਜੋ ਹੈ ਹਿਸਾਬ ਕਿਤਾਬ ਕਰਦਾ ਹੈ, ਇਹ ਲੇਖਾ ਕਰਦਾ ਹੈ, ਇਹ ਸਜ਼ਾਵਾਂ ਦਿੰਦਾ ਹੈ ਆਪਣੀ ਕਚਹਿਰੀ ਦੇ ਅੰਦਰ।
ਤੇ ਜਦੋਂ ਅਸੀਂ ਉਸ ਮੱਤ ਨੂੰ ਦੇਖਦੇ ਹਾਂ, ਉਹਦੇ ਮੁਤਾਬਕ ਇਹਦਾ ਪਿਤਾ ਵੀ ਹੈ ਸੂਰਜ, ਇਹਦੀ ਮਾਤਾ ਵੀ ਹੈ ਸੰਗਿਆ, ਇਹਦੀ ਭੈਣ ਵੀ ਹੈ ਯਮੀ, ਇਹਦੀ ਪੁਰੀ ਦਾ ਨਾਂ ਜੋ ਹੈ ਸੰਯਮਨੀ ਹੈ, ਇਹਦਾ ਮਹਿਲ ਜੋ ਹੈ ਉਹ ਕੁਲੀਚੀ ਹੈ, ਇਹਦਾ ਸਿੰਘਾਸਨ ਜੋ ਹੈ ਵਿਚਾਰਬੂ ਹੈ, ਇਹਦਾ ਜੋ ਖਾਤਾ ਹੈ ਜੋ ਇਹਦੇ ਦੋ ਮੁਨੀਮ ਲੈ ਕੇ ਰੱਖਦੇ ਨੇ ਚਿੱਤਰਗੁਪਤ, ਉਹ ਇੱਕ ਵੱਖਰਾ ਇੱਕ ਖਾਤਾ ਹੈ ਜਿਹਦੇ ਅੰਦਰ ਮਨੁੱਖ ਦੇ ਕਰਮਾਂ ਦੇ ਜੋ ਲੇਖ ਨੇ ਉਹ ਲਿਖੇ ਜਾਂਦੇ ਨੇ, ਜਿਹਨੂੰ ਅਕਸ਼ੁਨਾਰੀ ਕਹਿੰਦੇ ਨੇ। ਫਿਰ ਤਾਪ ਤੇ ਜਵਰ ਇਹਦੇ ਪੁੱਤਰ ਨੇ, ਪੁੱਤਰੀ ਇਹਦੀ ਨੀਂਦ ਹੈ। ਤੇ ਉਸ ਮਤ ਦੇ ਅਨੁਸਾਰ ਇਹ ਇੱਕ ਸ਼ਕਤੀ ਹੈ ਜਿਹੜੀ ਸ਼ਕਤੀ ਲੋਕਾਂ ਦੇ ਲੇਖਾ ਕਰਦੀ ਹੈ, ਉਹਨਾਂ ਦਾ ਹਿਸਾਬ ਕਿਤਾਬ ਕਰਦੀ ਹੈ, ਉਹਨਾਂ ਨੂੰ ਸਜ਼ਾਵਾਂ ਦਿੰਦੀ ਹੈ। ਹੁਣ ਅਸੀਂ ਇਸ ਦੇ ਬਾਰੇ ਚ ਜੋ ਸ਼ਬਦ ਦੇ ਅੰਦਰ ਵਿਚਾਰ ਕਰਾਂਗੇ ਕਿ ਗੁਰਮਤ ਨੇ ਜਿਸ ਮਨੁੱਖਤਾ ਨੂੰ ਸਮਝਾਉਣ ਦਾ ਜਦੋਂ ਯਤਨ ਕੀਤਾ, ਉਹਨਾਂ ਦੀ ਬੋਲੀ ਦੇ ਅੰਦਰ ਕੀਤਾ, ਤਾਂ ਫਿਰ ਉਸ ਧਰਮਰਾਜ ਦੀ ਕਿੰਨੀ ਕੁ ਤਾਕਤ ਕਿਸ ਤਰ੍ਹਾਂ ਦਾ ਕਰਕੇ ਸਮਾਜ ਦੇ ਸਾਹਮਣੇ, ਸੰਸਾਰ ਦੇ ਸਾਹਮਣੇ ਪ੍ਰਗਟ ਕੀਤਾ। ਤੇ ਸੱਚ ਕਰਕੇ ਜੋ ਗੁਰਮਤ ਦਾ ਸਿਧਾਂਤ ਹੈ ਉਹ ਕੀ ਹੈ? ਗੁਰਮਤ ਦੇ ਸਿਧਾਂਤ ਅਨੁਸਾਰ ਧਰਮਰਾਜ ਨਿਰੰਕਾਰੀ ਹੁਕਮ ਹੈ, ਪਰਮਾਤਮਾ ਦਾ ਹੁਕਮ ਹੈ। ਜਿਨ੍ਹਾਂ ਦੇ ਕਰਮ ਨਿਰੰਕਾਰੀ ਹਨ ਉਹਨਾਂ ਦਾ ਵਾਹ ਨਿਰੰਕਾਰ ਨਾਲ ਪੈਂਦਾ ਹੈ, ਉਹ ਨਿਰੰਕਾਰ ਵਿੱਚ ਸਮਾ ਜਾਂਦੇ ਨੇ। ਨਿਰੰਕਾਰ ਆਪ ਲੇਖਾ ਕਰਨ ਵਾਲਾ ਹੈ। ਤੇ ਗੁਰੂ ਅਨੁਸਾਰ ਜੀਵਨ ਜਿਉਣ ਵਾਲਾ ਜਿਹੜਾ ਅਮੁੱਲ ਪਾਏ ਅਮੁੱਲਾਂ ਸਮਾਏ, ਉਸ ਅਕਾਲ ਪੁਰਖ ਪਰਮਾਤਮਾ ਨੂੰ, ਜੋ ਅਕਾਲ ਪੁਰਖ ਪਰਮਾਤਮਾ ਸੰਸਾਰ ਦੇ ਅੰਦਰ ਜਿਹਦੇ ਗੁਣਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਜੋ ਬੇਅੰਤ ਹੈ, ਜੋ ਸਰਬ ਸਮਰੱਥ ਹੈ, ਜੋ ਆਪਣੇ ਆਪ ਚੋਂ ਹੈ, ਜੋ ਅਜੂਨੀ ਹੈ, ਜਿਹਦੇ ਉੱਤੇ ਕਿਸੇ ਸਮੇਂ ਦਾ ਅਸਰ ਨਹੀਂ, ਜੋ ਕਿਸੇ ਦੇ ਅਧੀਨ ਨਹੀਂ, ਸੰਸਾਰ ਦੀ ਕਾਰ ਨੂੰ ਉਹੀਓ ਚਲਾਉਣ ਵਾਲਾ ਹੈ, ਉਹੀਓ ਲੇਖਾ ਕਰਨ ਵਾਲਾ ਹੈ। ਤੇ ਫਿਰ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅਨੁਸਾਰ ਜਦੋਂ ਮਨੁੱਖ ਅਮੁੱਲ ਪਾਏ ਅਮੁੱਲਾ ਸਮਾਏ ਦੀ ਅਵਸਥਾ ਤੱਕ ਪੁੱਜ ਜਾਂਦਾ ਹੈ, ਉਹਨੂੰ ਵਾਹ ਸਿਰਫ ਅਕਾਲ ਪੁਰਖ ਨਾਲ ਹੀ ਹੈ, ਉਹਦਾ ਵਾਹ ਸਿਰਫ ਅਕਾਲ ਪੁਰਖ ਨਾਲ। ਦੀਵਾਨ ਏਕੋ ਕਲਮ ਏਕਾ, ਹੰਮਾ ਤੁਮਾ ਮੇਲ ਦਰ ਲੇ ਲੇਖਾ, ਪੀਰ ਛੁੱਟੈ ਨਾਨਕਾ ਜਿਉ ਤੇਲ। ਸਤਿਗੁਰੂ ਨੇ ਉਹ ਅਕਾਲ ਪੁਰਖ ਪਰਮਾਤਮਾ ਜਿਸ ਦਾ ਇੱਕੋ ਇੱਕ ਦੀਵਾਨ ਹੈ, ਉਹ ਲੇਖਾ ਆਪ ਕਰਨ ਵਾਲਾ ਹੈ। ਬਾਣੀ ਦੇ ਅੰਦਰ ਅਸੀਂ ਪੜ੍ਹਦੇ ਹਾਂ, ਨਾਨਕ ਜੀ ਉਪਾਇ ਕੈ ਲਿਖਨਾਵੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜਿਆ, ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਣ ਕੂੜਿਆ, ਮੋਹ ਕਾਲੈ ਦੋਜਗ ਚਾਲਿਆ, ਤੇਰਾ ਨਾਇਰ ਅਤੇ ਸੇ ਜਿਨਗੇ ਹਾਰ ਗਏ, ਸੇ ਠੱਗਣ ਵਾਲਿਆ ਲਿਖ ਨਾਵੈ ਧਰਮ ਬਹਾਲੇ। ਸਤਿਗੁਰ ਪਾਤਸ਼ਾਹ ਕਹਿੰਦੇ ਨੇ ਸੰਸਾਰ ਦੀ ਉਤਪਤੀ ਕਰਕੇ ਹਰ ਜੀਵ ਦੇ ਉੱਤੇ ਅਕਾਲ ਪੁਰਖ ਪਰਮਾਤਮਾ ਨੇ ਜੋ ਧਰਮ ਹੈ ਉਸ ਦਾ ਪਹਿਰਾ ਲਾਇਆ। ਹਰ ਜੀਵ ਦਾ ਲੇਖਾ ਅਕਾਲ ਪੁਰਖ ਪਰਮਾਤਮਾ ਨੇ ਲੈਣਾ। ਤੇ ਜਿਹੜਾ ਸਨਾਤਨ ਹਿੰਦੂ ਮਤ ਹੈ ਉਹਦੇ ਅਨੁਸਾਰ ਇਹ ਧਰਮਰਾਜ ਜੋ ਹੈ ਉਹ ਲੇਖਾ ਲੈਣ ਵਾਲਾ। ਹੁਣ ਸਤਿਗੁਰੂ ਪਾਤਸ਼ਾਹ ਦੀ ਬਾਣੀ ਅਨੁਸਾਰ ਇਹ ਜੋ ਧਰਮਰਾਜ ਹੈ ਇਹਦੇ ਕੋਲ ਜਾ ਕੌਣ ਰਹੇ ਨੇ? ਕਿਉਂਕਿ ਸੱਚ ਕਰਕੇ ਇਨਸਾਫ ਕਰਨ ਵਾਲਾ ਅਕਾਲ ਪੁਰਖ ਪਰਮਾਤਮਾ ਹੈ, ਉਸ ਦਾ ਦੀਵਾਨ ਸੱਚਾ ਹੈ, ਉਹਦੀ ਕਚਹਿਰੀ ਸੱਚੀ ਹੈ, ਉਹ ਸੱਚ ਦੇ ਉੱਤੇ ਹੀ ਨਿਬੇੜਾ ਕਰਨ ਵਾਲਾ ਹੈ। ਹਰ ਆਪ ਬਹਿ ਕਰੇ ਨਿਆਓ, ਕੂੜਿਆਰ ਸਭ ਮਾਰ ਕਢੋਏ, ਸਚਿਆਰਾਂ ਦੇ ਵਡਿਆਈ, ਹਰ ਧਰਮ ਨੇ ਆਓ ਕੀ ਹੋਏ। ਅਕਾਲ ਪੁਰਖ ਪਰਮਾਤਮਾ ਆਪ ਹੀ ਇਨਸਾਫ ਕਰਨ ਵਾਲਾ, ਅਕਾਲ ਪੁਰਖ ਪਰਮਾਤਮਾ ਆਪ ਹੀ ਜੀਵਾਂ ਦਾ ਲੇਖਾ ਜੋ ਹੈ ਉਹ ਕਰਨ ਵਾਲਾ। ਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਅਨੁਸਾਰ ਜਿਸ ਸਨਾਤਨ ਮਤ ਦੇ ਧਰਮਰਾਜ ਨੂੰ ਦੁਨੀਆ ਮੰਨਦੀ ਹੈ, ਸਤਿਗੁਰ ਕਹਿੰਦੇ ਨੇ ਭਾਈ ਉਹ ਹੈ, ਉਹਦੀ ਤਾਕਤ ਕੀ ਹੈ? ਕਿਉਂਕਿ ਉਹਨਾਂ ਨੂੰ ਸਮਝਾ ਰਹੇ ਨੇ ਜਿਹੜੇ ਲੋਕੀ ਡਰੇ ਹੋਏ ਨੇ ਕਿ ਭਾਈ ਕਰਮਕਾਂਡ ਕਰਾਂਗੇ ਫਿਰ ਬਚ ਸਕਦੇ ਹਾਂ, ਨਹੀਂ ਤੇ ਧਰਮਰਾਜ ਸਜ਼ਾਵਾਂ ਦਿੰਦਾ ਹੈ। ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਬਾਣੀ ਦੇ ਅੰਦਰ, ਮਨਮੁਖ ਚੰਚਲ ਮਤ ਹੈ, ਅੰਤਰ ਬੋਧ ਚਤਰਾਈ, ਕੀਤਾ ਕਰਤਿਆ ਬਿਰਥਾ ਗਿਆ, ਇੱਕ ਤਿਲ ਥਾਏ ਨਾ ਪਾਈ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਏ। ਮਾਰੇ ਕਹਿੰਦੇ ਨੇ ਜਿਹੜੇ ਲੋਕੀ ਕਰਮਕਾਂਡਾਂ ਵਿੱਚ ਫਸੇ ਹੋਏ, ਜਿਨ੍ਹਾਂ ਦੀ ਚੰਚਲ ਮਤ ਹੈ, ਜਿਨ੍ਹਾਂ ਨੇ ਭੋਲੇ ਭਾਏ ਪ੍ਰਮਾਤਮਾ ਦੇ ਨਾਲ ਮੇਲ ਕਰਨਾ ਸੀ ਉਹ ਨਹੀਂ ਕੀਤਾ, ਕੇਵਲ ਕਰਮਕਾਂਡਾਂ ਵਿੱਚ ਆ ਕੇ ਫਸ ਗਏ ਨੇ, ਚਤਰਾਈਆਂ ਕਰ ਰਹੇ ਨੇ। ਸਤਿਗੁਰੂ ਕਹਿੰਦੇ ਉਹਨਾਂ ਦਾ ਕੀਤਾ ਹੋਇਆ ਕਰਮਕਾਂਡ ਸਾਰੇ ਦੇ ਸਾਰੇ ਵਿਅਰਥ ਜਾ ਰਹੇ ਨੇ। ਮਾਰੇ ਕਹਿੰਦੇ ਫਿਰ ਜਿਹੜੇ ਇਸ ਭਰੋਸੇ ਦੇ ਉੱਤੇ ਨੇ ਕਿ ਅਸੀਂ ਪੁੰਨਦਾਨ ਕਰ ਰਹੇ ਹਾਂ, ਅਸੀਂ ਪ੍ਰਵਾਨ ਹੋ ਜਾਵਾਂਗੇ, ਤੇ ਸਤਿਗੁਰੂ ਕਹਿੰਦੇ ਪੁੰਨਦਾਨ ਜੋ ਵੀ ਜਿਹੜੇ ਸਭ ਧਰਮ ਰਾਏ ਕਹਿ ਜਾਏ, ਸਾਰੇ ਧਰਮਰਾਜ ਕੋਲ ਜਾਣਗੇ, ਸਾਰਿਆਂ ਨੂੰ ਉੱਥੇ ਜਾਣਾ ਪਵੇਗਾ, ਸਜ਼ਾਵਾਂ ਲੱਭਣਗੀਆਂ।
ਮਨਮੁਖ ਬਾਲਕ ਬਿਰਧ ਸਮਾਨ ਹੈ, ਅੰਤਰ ਹਰ ਸੁਰਤ ਨਾਈ, ਵਿੱਚ ਹੋਮੈ ਕਰਮ ਕਮਾਵਦੇ ਸਭ ਧਰਮ ਰਾਏ ਕਹਿ ਜਾ। ਅਸੀਂ ਕਈ ਵਾਰ ਜਦੋਂ ਗ੍ਰੰਥੀ ਸਿੰਘਾਂ ਨੂੰ ਅਰਦਾਸ ਕਰਦਿਆਂ ਦੇਖੀਏ ਨਾ, ਕਿਤੇ ਸਰਾਧ ਹੋ ਜਾਣ ਤੇ ਉਹ ਅਰਦਾਸ ਕਰਿਆ ਕਰਦੇ ਸਨ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾ। ਕਿ ਜਿਹੜੇ ਪੁੰਨ ਦਾਨ ਕਰਦੇ ਨੇ ਉਹ ਰੱਬ ਦੀ ਦਰਗਾਹ 'ਚ ਪ੍ਰਵਾਨ ਹੋ ਜਾਂਦੇ, ਉਹ ਧਰਮਰਾਜ ਦੇ ਕੋਲ ਪ੍ਰਵਾਨਗੀ ਹੈ। ਸਤਿਗੁਰੂ ਕਹਿੰਦੇ ਨੇ ਇਹ ਗੱਲ ਨਹੀਂ, ਉਹ ਤਾਂ ਕੁਰਾਏ ਪਏ ਹੋਏ ਨੇ, ਉਹ ਤਾਂ ਧਰਮਰਾਜ ਦੀ ਕਚਹਿਰੀ ਜਾ ਕੇ ਉਹਨਾਂ ਨੂੰ ਪੇਸ਼ ਹੋਣਾ ਪਵੇਗਾ। ਉਹਨਾਂ ਨੇ ਸੱਚ ਧਰਮ ਕਮਾਇਆ ਹੀ ਨਹੀਂ, ਉਹ ਕੇਵਲ ਜੋ ਸੀ ਹੱਠ ਧਰਮ ਦੇ ਅੰਦਰ ਫਸੇ ਨੇ, ਉਹ ਕੇਵਲ ਕਰਮਕਾਂਡਾਂ ਵਿੱਚ ਨੇ। ਤੇ ਮਾਰੇ ਕਹਿੰਦੇ ਉੱਥੇ ਜਾ ਕੌਣ ਰਿਹਾ ਹੈ? ਮਨਮੁਖ, ਜਿਹਦੀ ਚੰਚਲ ਮਤ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਮਨਮੁਖ ਬਾਲਕ ਬਿਰਧ ਸਮਾਨ ਹੈ, ਅੰਤਰ ਹਰ ਸੁਰਤ ਨਹੀਂ, ਜਿਨ੍ਹਾਂ ਦੇ ਅੰਦਰ ਹਰੀ ਨਾਮ ਰੂਪੀ ਸੁਰਤ ਹੀ ਨਹੀਂ ਹੈ। ਵਿੱਚ ਹੋਮੈ ਕਰਮ ਕਮਾਉਂਦੇ, ਦਿਨ ਰਾਤ ਹੋਮੈ ਵਿੱਚ ਫਸੇ ਹੋਏ ਨੇ, ਤੇ ਹੋਮੈ ਦੇ ਵਿੱਚ ਭਗਤੀ ਹੋ ਹੀ ਨਹੀਂ ਸਕਦੀ। ਜਿੱਥੇ ਹੋਮੈ ਉੱਥੇ ਭਗਤੀ ਨਹੀਂ। ਤੇ ਸਤਿਗੁਰੂ ਦੇ ਵਿੱਚ ਹੋਮੈ ਕਰਮ ਕਮਾਉਂਦੇ ਸਭ ਧਰਮ ਰਾਏ ਕਹਿ ਜਾਈ, ਇਹ ਸਾਰੇ ਦੇ ਸਾਰੇ ਉੱਥੇ ਜਾਣਗੇ। ਜੇਲ੍ਹ ਕਿਹਦੇ ਵਾਸਤੇ ਹੈ? ਖਾਣਾ ਕਿਹਦੇ ਵਾਸਤੇ ਹੈ? ਜੇਲ੍ਹ ਉਹਦੇ ਵਾਸਤੇ ਹੈ ਜਿਹੜਾ ਸੰਸਾਰ ਦੇ ਅੰਦਰ ਮਾੜੇ ਕਰਮ ਕਰਦਾ ਹੈ। ਖਾਣਾ ਉਹਦੇ ਵਾਸਤੇ ਹੈ ਜਿਹੜਾ ਸੰਸਾਰ ਦੇ ਅੰਦਰ ਕੋਈ ਸਮਾਜ ਦੇ ਵਿਰੁੱਧ, ਕਾਨੂੰਨ ਦੇ ਵਿਰੁੱਧ ਕਾਰਵਾਈ ਕਰਦਾ ਹੈ। ਹੁਣ ਸਤਿਗੁਰੂ ਕਹਿੰਦੇ ਨੇ ਭਈ ਵਿੱਚ ਹੋਮੈ ਕਰਮ ਕਮਾਵਦੇ ਸਭ ਧਰਮ ਰਾਏ ਕਹਿ ਜਾਈ, ਤੇ ਸਾਰੇ ਦੇ ਸਾਰੇ ਉਹਦੇ ਕੋਲ ਜਾਣਗੇ। ਉਹਨਾਂ ਨੂੰ ਸਮਝਾ ਰਹੇ ਨੇ, ਤੇ ਸਤਿਗੁਰੂ ਕਹਿੰਦੇ ਉਹ ਸਜ਼ਾਵਾਂ ਦਿੰਦਾ। ਮਨੁੱਖ ਡਰਿਆ ਹੋਇਆ ਸੀ ਨਾ, ਸਤਿਗੁਰੂ ਕਹਿੰਦੇ ਹਾਂ ਸਜ਼ਾ ਦਿੰਦਾ, ਮੈਂ ਤੂੰ ਡਰਿਆ ਇਸ ਗੱਲ ਤੋਂ। ਤੇ ਮਹਾਰਾਜ ਕਹਿੰਦੇ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨਵਾ ਦਾਨੀਆਂ ਤਿਉਂ ਮੱਥਾ ਧਰਮ ਰਾਏ। ਕਹਿੰਦੇ ਭਈ ਉਹ ਉਹਦੇ ਕੋਲ ਜਾਂਦੇ ਕੌਣ ਨੇ? ਪਾਪੀ ਲੋਕੀ, ਜਿਨ੍ਹਾਂ ਨੇ ਧਰਮ ਨਹੀਂ ਕਮਾਇਆ, ਜਿਨ੍ਹਾਂ ਨੇ ਪ੍ਰਮਾਤਮਾ ਦੀ ਬੰਦਗੀ ਨਹੀਂ ਕੀਤੀ, ਜਿਹੜੇ ਗੁਰੂ ਅਨੁਸਾਰ ਜੀਵਨ ਨੂੰ ਨਹੀਂ ਜੀ ਸਕੇ, ਜਿਹੜੇ ਮਨਮੁਖ ਨੇ, ਮਨ ਦੇ ਪਿੱਛੇ ਚਲੇ ਨੇ, ਕਰਮਕਾਂਡਾਂ ਵਿੱਚ ਫਸੇ ਰਹੇ, ਸੱਚ ਧਰਮ ਤੋਂ ਦੂਰ ਰਹੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਉੱਥੇ ਜਾ ਰਹੇ ਨੇ। ਉਹ ਫਿਰ ਕਰਮ ਕਰ ਕਰਕੇ, ਪਾਪ ਕਰ ਕਰਕੇ, ਮਰ ਕੇ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨਵਾ ਦਾਨੀਆਂ ਤਿਉਂ ਮੱਥੇ ਧਰਮ ਰਾਏ। ਦਹੀਂ ਜਦੋਂ ਮੱਥਾਣੀ ਵਿੱਚ ਪਾਇਆ ਜਾਂਦਾ, ਰਿੜਕਿਆ ਜਾਂਦਾ, ਰਿੜਕਣ ਵਾਲਾ ਕਦੀ ਲਿਹਾਜ਼ ਨਹੀਂ ਕਰਦਾ ਦਹੀਂ ਦਾ। ਉਹਨੂੰ ਕਦੀ ਗਰਮ ਪਾਣੀ ਪਾਇਆ ਜਾ ਰਿਹਾ, ਕਦੀ ਠੰਡਾ ਪਾਣੀ ਪਾਇਆ ਜਾ ਰਿਹਾ, ਭਈ ਉਹਦੇ ਵਿੱਚੋਂ ਮੱਖਣ ਕੱਢ ਲਿਆ ਜਾਵੇ, ਉਹਦੇ ਵਿੱਚੋਂ ਛਾਛ ਵੱਖ ਕੀਤੀ ਜਾਵੇ। ਸਤਿਗੁਰੂ ਕਹਿੰਦੇ ਇਹੀ ਅਵਸਥਾ ਹੈ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਅਧੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਪਾਤਸ਼ਾਹ ਕਹਿੰਦੇ ਉੱਥੇ ਪਾਪੀਆਂ ਨੂੰ ਸਜ਼ਾਵਾਂ ਨੇ, ਤੇ ਮਾਰੇ ਬਖਸ਼ਿਸ਼ ਕਰਦੇ ਨੇ। ਮਹਾ ਅਭਾਗ ਅਭਾਗ ਹੈ ਜਿਨ ਕੇ, ਤਿਨ ਸਾਧੂ ਧੂਰ ਨਾ ਪੀਜੈ, ਤਿਨ ਤਿਸਨਾ ਜਲਤ ਜਲਤ ਨਹੀਂ ਬੂਝੈ, ਡੰਡ ਧਰਮ ਰਾਏ ਕਾ ਲੀਜੈ। ਕਹਿੰਦੇ ਸਾਡਾ ਤੇ ਰਸਤਾ ਹੀ ਉਹ ਕੋਈ ਨਹੀਂ, ਗੁਰਸਿੱਖ ਦਾ ਤੇ ਉਹ ਮਾਰਗ ਹੀ ਨਹੀਂ, ਗੁਰਸਿੱਖ ਨੇ ਤੇ ਉਧਰ ਜਾਣਾ ਹੀ ਨਹੀਂ। ਸਤਿਗੁਰੂ ਜਿਨ੍ਹਾਂ ਦੇ ਅਭਾਗ ਨੇ, ਜਿਨ੍ਹਾਂ ਦੇ ਭਾਗ ਚੰਗੇ ਨਹੀਂ, ਜਿਨ੍ਹਾਂ ਨੇ ਗੁਰੂ ਦੇ ਦੱਸੇ ਰਸਤੇ ਅਨੁਸਾਰ ਜੀਵਨ ਨਹੀਂ ਜੀਵਿਆ, ਜਿਨ੍ਹਾਂ ਨੇ ਧਰਮੀ ਪੁਰਸ਼ਾਂ ਦੇ ਸਿਧਾਂਤ ਅਨੁਸਾਰ ਜੀਵਨ ਨੂੰ ਨਹੀਂ ਜੀਵਿਆ, ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਜੋ ਸੀ ਮੁੱਕ ਨਹੀਂ ਸਕੀ, ਸੜਦੇ ਹੀ ਰਹੇ, ਉਹ ਸਾੜਾ ਲਗਾ ਰਿਹਾ। ਤੇ ਸਤਿਗੁਰੂ ਕਹਿੰਦੇ ਫਿਰ ਉਹਨਾਂ ਨੂੰ ਧਰਮਰਾਜ ਦੀ ਮਾਰ ਪੈਂਦੀ ਹੈ, ਡੰਡ ਧਰਮ ਰਾਏ ਕਾ ਲੀਜੈ। ਮਿਥਿਆ ਸੰਗ ਕੂੜ ਲਪਟਾਇਓ, ਉਰਜ ਪਰਿਓ ਕੁਸਮਾਈ, ਧਰਮ ਰਾਏ ਜਬ ਪਕਰਸ ਭਵਰੇ, ਤਬ ਕਾਲ ਮੁਖਾ ਉੱਠ ਜਾਏ। ਮਾਰੇ ਬਖਸ਼ਿਸ਼ ਕਰਦੇ ਨੇ, ਸਮਝਾਉਂਦੇ ਨੇ ਭਾਈ ਜਿਹੜਾ ਆਦਮੀ ਸੰਸਾਰ ਦੇ ਅੰਦਰ ਧਰਮ ਕਰਮ ਨਹੀਂ ਕਰਦਾ, ਸੱਚ ਕਰਕੇ ਧਰਮ ਨਹੀਂ ਕਮਾਉਂਦਾ, ਗੁਰੂ ਦੇ ਦੱਸੇ ਅਨੁਸਾਰ ਜੀਵਨ ਨੂੰ ਨਹੀਂ ਜੀਵਦਾ, ਉਹਨਾਂ ਦਾ ਜੀਵਨ ਹੀ ਵਿਅਰਥ ਹੋ ਗਿਆ। ਉਹਨਾਂ ਨੂੰ ਹੀ ਜਾ ਕੇ ਲੇਖਾ ਦੇਣਾ ਪਵੇਗਾ। ਉਹਨਾਂ ਨੂੰ ਸਮਝਾ ਰਹੇ ਨੇ ਜਿਹੜੇ ਲੋਕੀ ਉਸ ਤੋਂ ਡਰੇ ਹੋਏ ਸਨ। ਤੇ ਸਤਿਗੁਰੂ ਕਹਿੰਦੇ ਸਿਮਰਨ ਭਜਨ ਦਿਆ ਨਹੀਂ ਕਿੰਨੀ, ਤੋ ਮੁਖ ਚੋਟਾਂ ਖਾਏਗਾ, ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏਗਾ। ਜੇ ਕਿਤੇ ਤੈਨੂੰ ਯਕੀਨ ਹੈ ਕਿ ਧਰਮਰਾਜ ਨੇ ਲੇਖਾ ਮੰਗਣਾ, ਕਿਉਂਕਿ ਉਹਨਾਂ ਦਾ ਮੱਤ ਇਹ ਗੱਲ ਕਹਿ ਰਿਹਾ ਸੀ ਕਿ ਭਾਈ ਉੱਥੇ ਸਜ਼ਾਵਾਂ ਲੱਭਦੀਆਂ ਨੇ, ਬੜੇ ਭਿਆਨਕ ਰੂਪ ਵਾਲੇ ਹੁੰਦੇ ਨੇ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਤੇਰੇ ਤੋਂ ਪੁੱਛ ਹੋਵੇਗੀ ਨਾ ਕਿ ਤੂੰ ਸਿਮਰਨ ਕੀਤਾ, ਭਜਨ ਕੀਤਾ, ਦਇਆ ਕੀਤੀ। ਜੇ ਕਿਤੇ ਨਹੀਂ ਕੀਤੀ ਤੇ ਫਿਰ ਦੇ ਮੂੰਹ ਦੇ ਉੱਤੇ ਚੋਟਾਂ ਖਾਣੀਆਂ ਪੈਣਗੀਆਂ, ਫਿਰ ਤਾਂ ਉੱਥੇ ਸਜ਼ਾ ਲੱਭੇਗੀ। ਕਬੀਰ ਗਹਿ ਗਚ ਪਰਿਓ ਕੁਟੰਬ ਕੈ, ਕਾਂਠੈ ਰਹਿ ਗਿਓ ਰਾਮ, ਆਏ ਪਰੇ ਧਰਮਰਾਏ ਕੈ ਵਿਚੇ ਧੂਮਾ ਧਾਮ। ਸਤਿਗੁਰੂ ਕਹਿੰਦੇ ਸਾਰੀ ਜ਼ਿੰਦਗੀ ਭਗਤ ਜੀ ਕਹਿੰਦੇ ਜੇ ਕਿਤੇ ਘਰ ਪਰਿਵਾਰ ਦੇ ਵਿੱਚ ਹੀ ਖੁੱਬਿਆ ਰਿਹਾ, ਪਰਮਾਤਮਾ ਨੂੰ ਚੇਤੇ ਨਹੀਂ ਕੀਤਾ, ਤੇ ਆਖਰ ਫਿਰ ਇੱਕ ਦਿਨ ਜਾ ਕੇ ਇਸ ਦੁਨੀਆ ਦੇ ਸ਼ੋਰ ਸ਼ਰਾਬੇ ਸ਼ੁਗਲ ਮੇਲੇ ਦੇ ਵਿੱਚੋਂ ਜੀਵਨ ਜਦੋਂ ਬਤੀਤ ਹੋਵੇਗਾ, ਆਖਰ ਇੱਕ ਦਿਨ ਜਾ ਕੇ ਫਿਰ ਉੱਥੇ ਲੇਖਾ ਤੇ ਦੇਣਾ ਪਵੇਗਾ। ਹੁਣ ਉਹਨਾਂ ਨੂੰ ਸਤਿਗੁਰੂ ਸਮਝਾ ਰਹੇ ਨੇ ਕਿ ਭਈ ਉਹ ਉੱਥੇ ਜਾਂਦਾ ਕੌਣ ਹੈ, ਪੁੱਛ ਕਿਹਦੀ ਹੈ? ਜਿਹੜੇ ਕੁਸੰਗਤ ਵਿੱਚ ਨੇ,
ਜਿਨ੍ਹਾਂ ਨੇ ਭਜਨ ਬੰਦਗੀ ਨੂੰ, ਚੰਗੇ ਗੁਣਾਂ ਨੂੰ, ਸੇਵਾ ਸਿਮਰਨ, ਸਚਾਈ, ਸਿਦਕ, ਸੰਜਮ, ਦਇਆ, ਪਰਉਪਕਾਰ, ਇਹਨਾਂ ਨੂੰ ਸਾਥੀ ਨਹੀਂ ਬਣਾਇਆ। ਤੇ ਸਾਥੀ ਕਿਸ ਨੂੰ ਬਣਾ ਲਿਆ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਤ, ਨਿੰਦਿਆ, ਚੁਗਲੀ, ਬਖੀਲੀ, ਧਰਮ ਤੋਂ ਦੂਰ ਹੋ ਗਏ। ਔਗੁਣਾਂ ਨੂੰ ਆਪਣਾ ਸਾਥੀ ਬਣਾ ਲਿਆ, ਵਿਕਾਰਾਂ ਨੂੰ ਆਪਣਾ ਸਾਥੀ ਬਣਾ ਲਿਆ। ਤੇ ਭਗਤ ਜੀ ਕਹਿੰਦੇ ਫਿਰ ਉਹਨਾਂ ਨੂੰ ਮਾਰ ਪੈਂਦੀ, ਫਿਰ ਉਹ ਬਚ ਨਹੀਂ ਸਕਦੇ। ਕਬੀਰ ਜੀ ਕਹਿੰਦੇ ਕਬੀਰ ਚਾਵਲ ਕਾਰਨੇ ਤੁਖ ਕੋ ਮੋਲੀ ਲਾਏ, ਸੰਗ ਕੁਸੰਗੀ ਬੈਸਤੇ ਤਬ ਪੁੱਛਿਆ ਧਰਮਰਾਜ। ਕਹਿੰਦੇ ਨੇ ਭਾਈ ਧਰਮਰਾਜ ਪੁੱਛੇਗਾ ਕਿਹਨਾਂ ਨੂੰ? ਜਿਹੜੇ ਕੁਸੰਗਤ ਵਿੱਚ ਰਹੇ ਨੇ, ਜਿਨ੍ਹਾਂ ਨੇ ਸੰਗਤ ਨਹੀਂ ਕੀਤੀ। ਸਾਕਤ ਜਮ ਕੀ ਕਾਨ ਨਾ ਚੁੱਕੈ, ਜਮ ਕਾ ਡੰਡ ਨਾ ਕਬਹੂ ਮੁੱਕੈ, ਬਾਕੀ ਧਰਮਰਾਏ ਕੀ ਲੀਜੈ, ਅਫਰਿਓ ਪਾਰ ਅਫਾਰਾ ਏ। ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਇਹ ਤਾਂ ਸਾਕਤ ਹੀ ਜਾ ਕੇ ਲੇਖਾ ਦਿੰਦੇ ਨੇ, ਉਹਨਾਂ ਦੇ ਉਸ ਦੇ ਵਾਸਤੇ ਜਾ ਕੇ ਸਾਕਤਾਂ ਨੇ ਹੀ ਪੈਣਾ ਹੈ। ਤੇ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਨੇ, ਪ੍ਰੇਤ ਪਿੰਜਰ ਮੈਂ ਦੂਖ ਘਨੇਰੇ, ਨਰਕ ਪਰੇ ਅਗਿਆਨ ਅੰਧੇਰੇ, ਧਰਮ ਰਾਏ ਕੀ ਬਾਕੀ ਲੀਜੈ, ਜਿਨ ਹਰ ਕਾ ਨਾਮ ਵਿਸਾਰਾਏ। ਮਾਰੇ ਕਹਿੰਦੇ ਭਾਈ ਜਿਸ ਨੇ ਹਰੀ ਦੇ ਨਾਮ ਨੂੰ ਵਿਸਾਰ ਲਿਆ, ਜਿਹੜਾ ਅਗਿਆਨਤਾ ਦੇ ਅੰਧੇਰੇ ਦੇ ਅੰਦਰ ਜੀਵਿਆ, ਉਸੇ ਦਾ ਉੱਥੇ ਜਾ ਕੇ ਲੇਖਾ ਹੋਵੇਗਾ। ਉੱਥੇ ਪਾਪ ਜ਼ਿਆਦਾ ਨਿਕਲਣਗੇ, ਧਰਮ ਜ਼ਿਆਦਾ ਨਿਕਲੇਗਾ, ਧਰਮ ਨਹੀਂ ਨਿਕਲੇਗਾ। ਸਤਿਗੁਰੂ ਉਹਨਾਂ ਨੂੰ ਸਮਝਾ ਰਹੇ ਨੇ ਕਿ ਭਾਈ ਇਹ ਹਾਲਤ ਹੋਣੀ ਜੇ। ਗੁਰਮਤਿ ਦਾ ਸਿਧਾਂਤ ਤਾਂ ਸਿੱਧਾ ਹੈ ਕਿ ਨਿਰੰਕਾਰ ਨੇ ਲੇਖਾ ਲੈਣਾ ਹੈ, ਪਰ ਸਤਿਗੁਰੂ ਪਾਤਸ਼ਾਹ ਉਹਨਾਂ ਲੋਕਾਂ ਨੂੰ ਕਿ ਭਾਈ ਧਰਮ ਦਾ ਰਸਤਾ ਪਕੜ ਲਓ, ਜੇ ਕਿਤੇ ਬਚਣਾ ਚਾਹੁੰਦੇ ਹੋ ਤਾਂ। ਖੁਸ਼ੀ ਖੁਆਰ ਭਰੇ ਰਸ ਭੋਗਣ, ਫੋਕਟ ਕਰਮ ਵਿਕਾਰ ਕਰੇ, ਨਾਮ ਵਿਸਾਰ ਲੋਭ ਮੂਲ ਖੋਇਓ, ਸਿਰ ਧਰਮ ਰਾਏ ਕਾ ਡੰਡ ਪਰੇ। ਮਾਰੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਭਾਈ, ਜੇ ਕਿਤੇ ਰਸਾਂ ਕਸਾਂ ਵਿੱਚ ਫਸਿਆ ਰਿਹਾ, ਫੋਕਟ ਕਰਮਾਂ ਦੇ ਵਿੱਚ ਜੀਵਨ ਬਤੀਤ ਕਰ ਲਿਆ, ਕੇਵਲ ਫੋਕਟ ਕਰਮਾਂ ਦੇ ਵਿੱਚ ਹੀ ਲਗਾ ਰਿਹਾ, ਸੱਚ ਕਰਕੇ ਧਰਮ ਨੂੰ ਅਪਣਾਇਆ ਨਹੀਂ, ਕੇਵਲ ਕਰਮਕਾਂਡੀ ਜੀਵਨ ਹੀ ਰਿਹਾ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਇੱਕ ਗੱਲ ਚੇਤੇ ਰੱਖੀ, ਫਿਰ ਸਜ਼ਾ ਲੱਭੇਗੀ, ਫਿਰ ਬਚ ਨਹੀਂ ਸਕਦਾ। ਜੇ ਕਿਤੇ ਸੰਸਾਰ ਦੇ ਰਸਾਂ ਵਿੱਚ ਹੀ ਮਸਤ ਰਿਹਾ, ਖੁਸ਼ੀ ਖੁਆਰ ਰਸੇ ਭਰੇ ਰਸ ਭੋਗਣ, ਫੋਕਟ ਕਰਮ ਵਿਕਾਰ ਕਰੇ, ਨਾਮ ਵਿਸਾਰ ਲੋਭ ਮੂਲ ਖੋਇਓ, ਸਿਰ ਧਰਮ ਰਾਏ ਕਾ ਡੰਡ ਪਰੇ। ਸਤਿਗੁਰੂ ਕਹਿੰਦੇ ਰਸਾਂ ਦੇ ਭੋਗਾਂ ਦੇ ਅੰਦਰ ਉਸ ਪ੍ਰਭੂ ਪਰਮਾਤਮਾ ਨੂੰ ਭੁੱਲ ਗਿਆ ਹੈ, ਉਹਦਾ ਸਿਮਰਨ ਨਹੀਂ ਕੀਤਾ, ਧਰਮ ਦੇ ਰਾਹ ਦੇ ਉੱਤੇ ਨਹੀਂ ਚਲਿਆ, ਤਾਂ ਫਿਰ ਤਾਂ ਉਹਦੇ ਵਸ ਵਿੱਚ ਪੈਣਾ ਹੀ ਪੈਣਾ ਹੈ, ਫਿਰ ਤੂੰ ਬਚ ਨਹੀਂ ਸਕਦਾ। ਤੇ ਜਦੋਂ ਮੋਹ ਦੇ ਵਿੱਚ ਫਸਿਆ ਹੈ, ਮਾਇਆ ਦੇ ਵਿੱਚ ਫਸਿਆ ਹੈ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਤਾਂ ਹੰਕਾਰੀ ਹੋ ਕੇ ਤੇਰਾ ਜੀਵਨ ਬਰਬਾਦ ਹੋ ਹੀ ਗਿਆ, ਬਚ ਨਹੀਂ ਸਕਦਾ। ਜਬ ਲਗ ਮੋਹ ਮਗਨ ਸਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਪਾਤਸ਼ਾਹ ਕਹਿੰਦੇ ਜਦੋਂ ਤੂੰ ਮੋਹ ਦੇ ਵਿੱਚ ਮਸਤ ਹੈ, ਮਾਇਆ ਦੇ ਵਿੱਚ ਮਸਤ ਹੈ, ਤੇ ਫਿਰ ਤਾਂ ਸਜ਼ਾ ਉੱਥੋਂ ਲੱਭਣੀ ਲੱਭਣੀ। ਕਿਸੇ ਨਾ ਬੱਧਾ ਆਪ ਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਤੇ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਸਮਝਾਇਆ ਭਾਈ ਉੱਥੇ ਵਿਕਾਰੀ ਜੋ ਹੈ ਉਸ ਨੂੰ ਸਲਾਹ ਲੱਭੇਗੀ, ਵਿਕਾਰੀ ਉੱਥੇ ਜਾ ਕੇ ਉਸ ਨੂੰ ਲੇਖਾ ਦੇਣਾ ਪਵੇਗਾ। ਕੁਚਲ ਕਠੋਰ ਕਾਮ ਕਰਦਬ ਤੁਮ ਨਹੀਂ ਸੁਣਿਓ ਧਰਮ ਰਾਏ, ਵਿਕਾਰ ਪਾਥਰ ਗਲੇ ਬੰਧੈ, ਨਿੰਦ ਪੋਟ ਸਿਰਾਏ, ਮਹਾਸਾਗਰ ਸਮੁੰਦ ਲੰਘਣਾ ਪਾਰ ਨਾ ਪਰਨਾ ਜਾਏ। ਸਤਿਗੁਰੂ ਕਹਿੰਦੇ ਨੇ ਭਾਈ ਵਿਕਾਰੀ ਮਨੁੱਖ, ਕਠੋਰ ਹਿਰਦੇ ਵਾਲੇ, ਕਾਮ ਵਾਸ਼ਨਾ ਵਿੱਚ ਮਸਤ ਗਧੇ ਖੋਤੇ, ਸਤਿਗੁਰੂ ਤੂੰ ਧਰਮਰਾਜ ਦੇ ਬਾਰੇ ਨਹੀਂ ਸੁਣਿਆ। ਉਹਨਾਂ ਨੂੰ ਸਮਝਾ ਰਹੇ ਨੇ ਕਿ ਭਾਈ ਤੇਰਾ ਤਾਂ ਫਲਸਫਾ ਕਹਿੰਦਾ ਲੇਖਾ ਦੇਣਾ ਪਵੇਗਾ, ਤੇ ਤੂੰ ਉਹਦੇ ਬਾਰੇ ਸੁਣਿਆ ਨਹੀਂ। ਤੂੰ ਤਾਂ ਵਿਕਾਰਾਂ ਦਾ ਪੱਥਰ ਆਪਣੇ ਗਲ ਵਿੱਚ ਬਣ ਲਿਆ ਹੈ, ਨਿੰਦਿਆ ਦੀ ਪੋਟ ਜੋ ਪੰਡ ਹੈ ਸਿਰ ਦੇ ਉੱਤੇ ਚੁੱਕੀ ਹੈ। ਤੇ ਮਾਰੇ ਕਹਿੰਦੇ ਭਾਈ ਫਿਰ ਇਸ ਸਾਗਰ ਸਮੁੰਦਰ ਦੇ ਵਿੱਚੋਂ ਪਾਰ ਕਿਵੇਂ ਲੰਘੇਗਾ? ਪਾਰ ਨਹੀਂ ਹੋ ਸਕਦਾ। ਹੁਣ ਸਤਿਗੁਰੂ ਪਾਤਸ਼ਾਹ ਫਿਰ ਉਹਨਾਂ ਨੂੰ ਇਹ ਗੱਲ ਸਮਝਾ ਰਹੇ ਨੇ ਕਿ ਭਾਈ ਇੱਕ ਗੱਲ ਚੇਤੇ ਰੱਖੀ, ਇਹ ਕੋਈ ਆਜ਼ਾਦ ਹਸਤੀ ਨਹੀਂ, ਇਹ ਕੋਈ ਸਰਬ ਸਮਰੱਥ ਨਹੀਂ ਜਿਹਦੇ ਉੱਤੇ ਤੂੰ ਯਕੀਨ ਕਰਕੇ ਬੈਠਾ ਹੈ। ਸਰਬ ਸਮਰੱਥ ਪਰਮਾਤਮਾ ਹੈ, ਇਨਸਾਫ ਉਸਨੇ ਕਰਨਾ ਹੈ, ਦਰਗਾਹ ਉਸ ਦੀ ਸੱਚੀ ਹੈ, ਤਖਤ ਉਸ ਦਾ ਸੱਚਾ ਹੈ, ਲੇਖਾ ਉਸਨੇ ਲੈਣਾ ਹੈ। ਪਰ ਜੇਕਰ ਤੂੰ ਇਹਦੇ ਉੱਤੇ ਯਕੀਨ ਕਰਦਾ ਵੀ ਹੈ, ਤੇ ਸਤਿਗੁਰੂ ਪਾਤਸ਼ਾਹ ਉਹਨਾਂ ਨੂੰ ਸਮਝਾ ਰਹੇ ਨੇ, ਧਰਮ ਰਾਏ ਨੂੰ ਹੁਕਮ ਹੈ, ਬੈ ਸੱਚਾ ਧਰਮ ਵਿਚਾਰ, ਦੂਜਾ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਕਹਿਣ ਲੱਗੇ ਕੋਈ ਆਜ਼ਾਦ ਹਸਤੀ ਨਹੀਂ, ਇਹ ਆਪਣੇ ਆਪ ਤੋਂ ਕੋਈ ਉਪਜਿਆ ਹੋਇਆ ਨਹੀਂ, ਇਹ ਕੋਈ ਅਜੂਨੀ ਨਹੀਂ, ਇਹ ਨਿਰੰਕਾਰ ਨਹੀਂ। ਸਤਿਗੁਰੂ ਕਹਿੰਦੇ ਨੇ ਇਸ ਨੂੰ ਹੁਕਮ ਹੈ ਕਿ ਭਾਈ ਤੂੰ ਬੈਠ ਕੇ ਸੱਚਾ ਧਰਮ ਵਿਚਾਰ ਕਰਨਾ। ਉੱਥੇ ਕਿਸੇ ਕਿਸਮ ਦੀ ਕੋਈ ਠੱਗੀ, ਕੋਈ ਹੇਰਾ ਫੇਰੀ, ਕੋਈ ਸਿਫਾਰਿਸ਼ ਨਹੀਂ ਚੱਲ ਸਕਦੀ, ਇਹ ਕਿਸੇ ਦਾ ਪੱਖਪਾਤ ਨਹੀਂ ਕਰ ਸਕਦਾ। ਦੂਜਾ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਭਾਈ ਤੇਰੀ ਸਰਕਾਰ ਚਲੇਗੀ ਕਿਹਦੇ ਉੱਤੇ?
ਤੇਰੀ ਜੁਰਿਡਿਕਸ਼ਨ ਹੈ ਕਿ ਜਿਹੜੀਆਂ ਮਾਇਆ ਦੇ ਨਾਲ ਜੁੜੀਆਂ ਹੋਈਆਂ ਦੁਸ਼ਟ ਆਤਮਾਵਾਂ ਨੇ, ਭਗਤ ਜੀ ਕਹਿੰਦੇ ਨੇ, ਗੁਰੂ ਪਾਤਸ਼ਾਹ ਕਹਿੰਦੇ ਨੇ, ਉਹਨਾਂ ਦੇ ਉੱਤੇ ਤੇਰੀ ਸਰਕਾਰ ਹੈ। ਸਤਿਗੁਰੂ ਪਾਤਸ਼ਾਹ ਨੇ ਬੜੀ ਸੁੰਦਰ ਮਿਸਾਲ ਦਿੱਤੀ, ਕਹਿੰਦੇ ਜੇ ਕਿਤੇ ਤੂੰ ਇੰਨਾ ਡਰਿਆ ਤੇ ਫਿਰ ਇੱਕ ਗੱਲ ਚੇਤੇ ਰੱਖੀ, ਜਿਹਦੇ ਕੋਲ ਤੂੰ ਡਰਿਆ ਉਹ ਵੀ ਕਿਸੇ ਤੋਂ ਡਰਦਾ ਹੀ। ਜਿਸ ਜਮਰਾਜ ਤੋਂ, ਜਿਸ ਧਰਮਰਾਜ ਤੋਂ ਤੂੰ ਡਰਦਾ ਹੈ, ਉਹ ਵੀ ਡਰਦਾ ਹੈ। ਤੂੰ ਬਚ ਸਕਦਾ ਹੈ, ਤੈਨੂੰ ਨਿਵੇਗਾ, ਤੈਨੂੰ ਥਾਂ ਦੇਵੇਗਾ, ਤੈਨੂੰ ਸਤਿਕਾਰ ਦੇਵੇਗਾ। ਉਹ ਲੱਭੇਗਾ ਕਿੱਥੋਂ? ਅਫਰਿਓ ਜਮ ਮਾਰਿਆ ਨਾ ਜਾਈ, ਗੁਰ ਕੈ ਸ਼ਬਦੇ ਨੇੜ ਨਾ ਆਈ। ਸ਼ਬਦ ਸੁਣੈ ਤਾਂ ਦੂਰੋਂ ਭਾਗੈ, ਮਤ ਮਾਰੇ ਹਰ ਜੀਓ ਵੇ ਪ੍ਰਵਾਹ ਆਏ। ਕਹਿੰਦੇ ਗੱਲ ਪੱਕੀ ਹੈ ਕਿ ਮੌਤ ਆਵੇਗੀ, ਇਸ ਸਮੇਂ ਨੇ ਆਉਣਾ ਹੈ। ਤੇ ਕਹਿੰਦੇ ਫਿਰ ਇੱਕ ਗੱਲ ਚੇਤੇ ਰੱਖੀ ਕਿ ਭਾਈ ਇਹ ਜਿਹੜੇ ਜਮ ਨੇ ਨਾ, ਜਿਹੜਾ ਯਮਰਾਜ, ਇਹ ਸ਼ਬਦ ਸੁਣ ਕੇ ਦੂਰੋਂ ਨੱਸਦਾ ਹੈ। ਮਤ ਮਾਰੇ ਹਰ ਜੀਓ ਵੇ ਪ੍ਰਵਾਹ ਆਏ। ਹਰ ਜੀਓ ਕੀ ਹੈ? ਸਭ ਸਿਰਕਾਰਾ, ਇਹ ਜਮ ਕਿਆ ਕਰੇ ਵਿਚਾਰਾ। ਹੁਕਮੀ ਬੰਦਾ ਹੁਕਮ ਕਮਾਵੇ, ਹੁਕਮੇ ਕੱਢਦਾ ਸਾਹ। ਕਹਿੰਦੇ ਜਿਹਦੇ ਕੋਲ ਸ਼ਬਦ ਹੋਵੇਗਾ, ਜਿਹੜਾ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਹੈ, ਜਿਹੜਾ ਨਾਮ ਜਪਣ ਵਾਲਾ ਹੈ, ਸਤਿਗੁਰੂ ਕਹਿੰਦੇ ਉਹਦੇ ਨੇੜੇ ਨਹੀਂ ਆ ਸਕਦਾ, ਉਹਦੇ ਨੇੜੇ ਨਹੀਂ ਆਉਂਦਾ। ਆਪਣੀਆਂ ਸੇਵਕਾਂ ਕੀ ਆਪ ਪੈਜ ਰੱਖੈ, ਆਪਣੀਆਂ ਭਗਤਾਂ ਕੀ ਪੈਰੀ ਪਾਵੈ। ਸਤਿਗੁਰੂ ਪੰਚਮ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਆਪਣੀਆਂ ਸੇਵਕਾਂ ਕੀ ਆਪ ਪੈਜ ਰੱਖੈ, ਆਪਣੀਆਂ ਭਗਤਾਂ ਕੀ ਪੈਰੀ ਪਾਵੈ। ਧਰਮ ਰਾਏ ਹੈ ਹਰ ਕਾ ਕੀਆ, ਹਰ ਜਨ ਸੇਵਕ ਨੇੜ ਨਾ ਆਵੈ। ਕਹਿੰਦੇ ਨੇ ਭਾਈ ਡਰ ਨਾ, ਤੂੰ ਹਰੀ ਦਾ ਸੇਵਕ ਬਣ ਜਾ, ਤੂੰ ਪ੍ਰਮਾਤਮਾ ਦੀ ਬੰਦਗੀ ਚ ਲੱਗ ਜਾ। ਤੇ ਪ੍ਰਮਾਤਮਾ ਆਪਣੇ ਸੇਵਕਾਂ ਦੀ ਪੈਜ ਰੱਖਦਾ ਹੈ, ਆਪਣੇ ਸੇਵਕਾਂ ਦੇ ਭਗਤਾਂ ਦੇ ਪੈਰਾਂ ਵਿੱਚ ਧਰਮਰਾਜ ਨੂੰ ਸੁੱਟ ਦਿੰਦਾ ਹੈ, ਕਿਉਂਕਿ ਧਰਮਰਾਜ ਪ੍ਰਮਾਤਮਾ ਦਾ ਕੀਤਾ ਹੈ। ਹਰ ਜਨ ਸੇਵਕ ਨੇੜ ਨਾ ਆਵੇ। ਦੇਖੋ ਕਿਵੇਂ ਅੰਦਰੋਂ ਦੀ ਡਰ ਕੱਢਿਆ ਜਾ ਰਿਹਾ, ਭੁਲੇਖਾ ਕੱਢਿਆ ਜਾ ਰਿਹਾ। ਸਾਨੂੰ ਕਹਿੰਦੇ ਉਹ ਤਾਂ ਆਪ ਡਰਦਾ ਹੈ। ਪੰਡਤ ਨਾਨਕ ਲੇਖਾ ਮੰਗੈ ਕਵਣਾ, ਜਾਂ ਚੂਕਾ ਮਨ ਅਪਮਾਨਾ। ਤਾਸ ਤਾਸ ਧਰਮ ਰਾਏ ਜਪਤ ਹੈ, ਤੇ ਸੱਚੇ ਕੀ ਸ਼ਰਣਾ। ਸਾਨੂੰ ਕਹਿੰਦੇ ਉਹ ਤਾਂ ਡਰਦਾ ਭਾਈ, ਉਹ ਡਰਦਾ ਹੈ, ਉਹ ਬਹੁਤ ਡਰ ਰਿਹਾ ਹੈ ਕਿ ਭਾਈ ਇਹ ਸੱਚੇ ਦੀ ਸ਼ਰਨ ਵਿੱਚ ਰਹਿਣ ਵਾਲੇ ਭਗਤ ਲੋਕੀ ਨੇ। ਪਰ ਕਹਿੰਦੇ ਕੀ ਲੇਖਾ ਮੰਗੇਗਾ ਧਰਮੀ ਕੋਲੋਂ? ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਧਰਮੀ ਦਾ ਉਹ ਕੁਝ ਵੀ ਨਹੀਂ ਵਿਗਾੜ ਸਕਦਾ। ਤੂੰ ਜੇ ਕਿਤੇ ਧਰਮੀ ਹੋ ਗਿਆ, ਸੱਚ ਧਰਮੀ ਹੋ ਗਿਆ, ਪਰਮਾਤਮਾ ਨਾਲ ਜੁੜ ਗਿਆ, ਤੂੰ ਤਾਂ ਨਿਰੰਕਾਰ ਦੇ ਵਿੱਚ ਹੀ ਜਾ ਕੇ ਸਮਾ ਜਾਵੇਂਗਾ, ਤੂੰ ਤਾਂ ਨਿਰੰਕਾਰ ਦਾ ਹਿੱਸਾ ਹੋ ਜਾਵੇਂਗਾ। ਭਗਤ ਜੀ ਨੇ ਕਿੰਨੀ ਸੁੰਦਰ ਮਿਸਾਲ ਦਿੱਤੀ ਹੈ। ਅਬ ਤੋਂ ਜਾਏ ਚੜੇ ਸਿੰਘਾਸਣ, ਮਿਲੈ ਸਾਰੰਗ ਪਾਣੀ। ਰਾਮ ਕਬੀਰਾ ਏਕ ਭੇ ਹੈ, ਕੋਏ ਨਾ ਸਕੈ ਪਛਾਣੀ। ਸਦੀਵੀ ਤੌਰ ਦੇ ਉੱਤੇ ਦੁਨੀਆ ਦੇ ਅੰਦਰ ਇੱਕੋ ਇੱਕ ਤਾਕਤ ਹੈ, ਉਹ ਪਰਮਾਤਮਾ ਹੈ। ਉਹ ਸਰਵ ਸਮਰੱਥ ਹੈ, ਉਹ ਸਭ ਤੋਂ ਵੱਡਾ ਹੈ, ਸਾਰਿਆਂ ਦਾ ਪਾਲਣਹਾਰ ਹੈ, ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਸਾਰਿਆਂ ਨੂੰ ਮਾਰਨ ਵਾਲਾ ਹੈ, ਸਾਰਿਆਂ ਦਾ ਲੇਖਾ ਆਪ ਕਰਨ ਵਾਲਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੇ ਪ੍ਰਮਾਤਮਾ ਦੇ ਭਗਤ ਨੇ ਨਾ, ਉਹਨਾਂ ਦਾ ਦੁਨੀਆ, ਇਹ ਜੋ ਅਖੌਤੀ ਧਰਮਰਾਜ ਹੈ, ਕੁਝ ਨਹੀਂ ਵਿਗਾੜ ਸਕਦਾ। ਤੂੰ ਹੁਣ ਫੈਸਲਾ ਆਪ ਕਰ ਕਿ ਤੂੰ ਸੱਚ ਧਰਮ ਜੋ ਪੈ ਰਾਮ ਰਾਮ ਰਤ ਨਾਹੀ, ਤੇ ਸਭ ਧਰਮ ਰਾਏ ਕਹਿ ਜਾਈ। ਤੂੰ ਸੱਚ ਧਰਮ ਪਕੜਨਾ ਹੈ, ਪ੍ਰਮਾਤਮਾ ਦੀ ਬੰਦਗੀ ਕਰਨੀ ਹੈ, ਜਾਂ ਧਰਮਰਾਜ ਵਾਲੇ ਪਾਸੇ ਚੱਲਣਾ ਜਿੱਥੇ ਸਜ਼ਾਵਾਂ ਲੱਭ ਰਹੀਆਂ। ਸਤਿਗੁਰੂ ਕਹਿੰਦੇ ਗੁਰਮਤਿ ਰਾਮ ਨਾਮ ਧਨ ਪਾਇਆ, ਗੁਣ ਸੁਣ ਕਹਿਤਿਆਂ ਆਪ ਨਿਵਾਰੇ। ਧਰਮ ਰਾਏ ਜਮ ਨੇੜ ਨਾ ਆਵੇ, ਮੇਰੇ ਠਾਕੁਰ ਕੇ ਜਨ ਪਿਆਰੇ। ਕਹਿੰਦੇ ਤੂੰ ਇੱਕ ਵਾਰ ਪ੍ਰਮਾਤਮਾ ਦਾ ਭਗਤ ਜਨ ਤਾਂ ਬਣ, ਤੇਰੇ ਨੇੜੇ ਨਹੀਂ ਆ ਸਕਦਾ। ਜਿਸ ਨੂੰ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਂਝਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਸਤਿਗੁਰੂ ਕਹਿੰਦੇ ਕਾਗਜ਼ ਹੀ ਫਟ ਜਾਂਦੇ, ਉਹ ਫਾਈਲ ਹੀ ਫਟ ਜਾਂਦੀ ਹੈ। ਜਿਨ੍ਹਾਂ ਨੇ ਹਿਰਦੇ ਦੇ ਅੰਦਰ ਪ੍ਰਮਾਤਮਾ ਦੀ ਭਗਤੀ ਨੂੰ ਵਸਾ ਲਿਆ, ਜਿਹੜੇ ਸੱਚ ਕਰਕੇ ਭਗਤ ਬਣ ਗਏ ਨੇ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਉਹਨਾਂ ਦੀ ਫਾਈਲ ਹੀ ਫਟ ਜਾਂਦੀ ਹੈ। ਧਰਮਰਾਜ ਦਾ ਬਸ ਹੀ ਕੋਈ ਨਹੀਂ। ਸੰਤਨ ਫਟਦੀ ਕਿਵੇਂ ਹੈ? ਸੰਤਨ ਮੋਕੋ ਪੂੰਜੀ ਸੌਂਪੀ, ਤੋ ਉਤਰਿਆ ਮਨ ਕਾ ਧੋਖਾ। ਧਰਮ ਰਾਏ ਅਬ ਕਿਆ ਕਰੈਗੋ, ਜੋ ਫਾਟਿਓ ਸਗਰੋਂ ਲੇਖਾ। ਕਹਿੰਦੇ ਨੇ ਜਦੋਂ ਭਗਤ ਜਨਾਂ ਦੇ ਕੋਲੋਂ ਨਾਮ ਰੂਪੀ ਪੂੰਜੀ ਲੱਭ ਜਾਵੇ, ਜਦੋਂ ਮਨੁੱਖ ਆਪਣੇ ਕਰਮ ਕਾਂਡਾਂ ਤੋਂ ਬਾਹਰ ਨਿਕਲ ਕੇ ਮਨ ਦਾ ਜਿਹੜਾ ਧੋਖਾ ਹੈ, ਜੋ ਮਨ ਨੂੰ ਧੋਖਾ ਦਿੱਤਾ ਜਾ ਰਿਹਾ ਹੈ ਕਰਮ ਕਾਂਡ ਕਰਕੇ, ਕਿ ਇਹਨਾਂ ਦੇ ਨਾਲ ਮੇਰਾ ਜੋ ਹੈ ਜੀਵਨ ਜੋ ਹੈ ਉਹ ਸਫਲ ਹੋ ਜਾਵੇਗਾ। ਸਤਿਗੁਰੂ ਕਹਿੰਦੇ ਜਦੋਂ ਉੱਥੋਂ ਬਾਹਰ ਨਿਕਲ ਆਉਂਦਾ ਹੈ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਫੇਰ ਇਹ ਲੇਖਾ ਮੁੱਕ ਜਾਂਦਾ ਹੈ। ਤੇ ਮੁੱਕਦਾ ਕਿਵੇਂ? ਫਿਰ ਧਰਮਰਾਜ ਸੇਵਾ ਚ ਆ ਜਾਂਦਾ ਹੈ। ਸਾਧ ਸੰਗ ਧਰਮਰਾਏ ਕਰੇ ਸੇਵਾ। ਉਹ ਭਗਤ ਜਨਾਂ ਦੀ ਸੇਵਾ ਚ ਆ ਜਾਂਦਾ, ਜਿਹੜੇ ਸਤਸੰਗਤ ਕਰਨ ਵਾਲੇ ਨੇ। ਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਬਾਣੀ ਦੇ ਅੰਦਰ ਕਿ ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੈ, ਸੋ ਹਰ ਗੁਣ ਗਾਵੇ। ਧਰਮ ਰਾਏ ਤਿਨਕਾ ਮਿਤ ਹੈ, ਜਮ ਮਗ ਨਾ ਪਾਵੇ। ਇਹ ਧਰਮਰਾਜ ਉਹਨਾਂ ਦਾ ਮਿੱਤਰ ਹੋ ਜਾਂਦਾ, ਉਹਨਾਂ ਨੂੰ ਡਰ ਕੋਈ ਨਹੀਂ ਰਹਿੰਦਾ।
ਤੇ ਫਿਰ ਝੁਕਦਾ ਹੈ, ਨਿਮਦਾ ਹੈ। ਨਾਮ ਧਿਆਨ ਸਾਜਨਾ, ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੇਂ ਕੀਤੋ ਭਵਨ ਪੁਨੀਤ। ਸਾਧੂ ਕਹਿੰਦੇ ਉੱਠ ਕੇ ਨਿਭ ਜਾਂਦਾ, ਕਹਿੰਦਾ ਮੇਰੀ ਧਰਤੀ ਪਵਿੱਤਰ ਹੋ ਗਈ। ਕੋਈ ਨਾਮ ਜਪਣ ਵਾਲਾ, ਕੋਈ ਬੰਦਗੀ ਕਰਨ ਵਾਲਾ ਜੋ ਹੈ ਸੰਸਾਰ ਦੇ ਵਿੱਚੋਂ ਆਇਆ। ਅਧਿਆਤਮੀ ਹਰ ਗੁਣ ਤਾਸ, ਮਨ ਜਪੇ ਏਕ ਮੁਰਾਰ। ਤਿਨ ਕੀ ਸਤਿਗੁਰ ਪਾਤਸ਼ਾਹ ਕਹਿੰਦੇ ਭਈ ਜਿਹੜੇ ਉਸ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਨੇ, ਉਹਦੇ ਗੁਣ ਧਾਰਨ ਕਰਨ ਵਾਲੇ ਨੇ, ਅਧਿਆਤਮੀ ਹਰ ਗੁਣ ਤਾਸ, ਮਨ ਜਪੇ ਏਕ ਮੁਰਾਰ। ਤਿਨ ਕੀ ਸੇਵਾ ਧਰਮ ਰਾਏ ਕਰੇ, ਧਨ ਸਵਾਰਨ। ਪਾਤਸ਼ਾਹ ਕਹਿੰਦੇ ਉਹਨਾਂ ਦੀ ਤਾਂ ਸੇਵਾ ਵਿੱਚ ਆ ਜਾਂਦਾ। ਤੇ ਫਿਰ ਨਾਮਦੇਵ ਜੀ ਨੇ ਬੜੀ ਕਮਾਲ ਦੀ ਗੱਲ ਕੀਤੀ। ਨਾਮਦੇਵ ਜੀ ਕਹਿੰਦੇ ਨੇ ਇਹਦੇ ਕੋਲੋਂ ਡਰਿਓ ਨਾ। ਕਹਿੰਦੇ ਨੇ ਇਹ ਪ੍ਰਮਾਤਮਾ ਦੇ ਦਰ ਦਾ ਦਰਬਾਨ ਹੈ, ਗੇਟਕੀਪਰ ਹੈ। ਤੇ ਗੁਰੂ ਪਿਆਰ ਵਾਲਿਓ, ਜੇ ਕਦੇ ਕਿਸੇ ਦਫ਼ਤਰ ਦੇ ਅੰਦਰ ਜਾਈਏ ਤੇ ਦਫ਼ਤਰ ਦੇ ਅੰਦਰ ਬੈਠਾ ਅਫਸਰ ਜੇ ਕਦੇ ਅੱਗੋਂ ਖੜਾ ਹੋ ਜਾਵੇ, ਸਤਿਕਾਰ ਦੇਵੇ, ਤਾਂ ਫਿਰ ਉਸ ਗੇਟਕੀਪਰ ਦੀ ਕੀ ਮਜਾਲ ਹੈ ਕਿ ਉਹ ਜਿਸ ਨੂੰ ਇੰਨਾ ਸਤਿਕਾਰ ਉਹਦਾ ਅਫਸਰ ਦੇ ਰਿਹਾ ਤੇ ਉਹ ਉਹਦੇ ਕੋਲ ਕੁਝ ਪੁੱਛ ਲਵੇ। ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਭਗਤ ਜੀ ਨੇ ਬੜੀ ਸੁੰਦਰ ਮਿਸਾਲ ਦਿੱਤੀ। ਧਰਮ ਰਾਏ ਪਰਲੀ ਪ੍ਰਤਹਾਰ, ਸੋ ਐਸਾ ਰਾਜਾ ਸ੍ਰੀ ਗੋਪਾਲ। ਅਕਾਲ ਪੁਰਖ ਪ੍ਰਮਾਤਮਾ ਦੇ ਦਰ ਦਾ ਦਰਬਾਨ ਹੈ ਭਾਈ, ਤੂੰ ਕਿਤੇ ਇਹਦੇ ਕੋਲ ਡਰ ਨਾ। ਤਜ ਲਾਜ ਹੰਕਾਰ ਸਭ ਤਜੀਐ, ਮਿਲ ਸਾਧੂ ਸੰਗ ਰਹੀਜੈ। ਧਰਮ ਰਾਏ ਕੀ ਕਾਣ ਚੁਕਾਵੈ, ਬਿਖ ਡੁਬਦਾ ਕਾੜ ਲਈ। ਕਹਿੰਦੇ ਜੇ ਕਿਤੇ ਤੂੰ ਹੰਕਾਰ ਚੋਂ ਬਾਹਰ ਨਿਕਲ ਜਾਏਗਾ, ਭਗਤ ਜਨਾਂ ਦੀ ਸੰਗਤ ਵਿੱਚ ਰਵੇਂਗਾ, ਪ੍ਰਮਾਤਮਾ ਦੀ ਬੰਦਗੀ ਕਰੇਗਾ, ਤੇ ਫਿਰ ਜਿਹਨੂੰ ਕੋਈ ਅਜਰਾਇਲ ਕਹਿੰਦਾ, ਜਿਹਨੂੰ ਕੋਈ ਧਰਮਰਾਜ ਕਹਿੰਦਾ, ਇਹਦੇ ਡਰ ਮੁੱਕ ਜਾਣਗੇ। ਅਜਰਾਇਲ ਯਾਰ ਬੰਦੇ ਜਿਸ ਤੇਰਾ ਆਧਾਰ, ਉਹ ਤੇਰਾ ਮਿੱਤਰ ਬਣ ਜਾਵੇਗਾ। ਸਤਿਗੁਰੂ ਕਹਿੰਦੇ ਉਹ ਤੇਰਾ ਮਿੱਤਰ ਬਣ ਜਾਵੇਗਾ, ਉਹ ਤੇਰਾ ਦੋਸਤ ਬਣ ਜਾਵੇਗਾ, ਉਹ ਤੇਰੀ ਸੇਵਾ 'ਚ ਆ ਜਾਵੇਗਾ। ਤੇ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਸਮਝਾਉਣ ਦਾ ਯਤਨ ਕੀਤਾ ਕਿ ਭਾਈ ਮਨੁੱਖ, ਜਿਹੜੇ ਫੋਕਟ ਕਰਮਾਂ ਦੇ ਅੰਦਰ ਪਏ ਨੇ, ਉਹਨਾਂ ਨੂੰ ਧਰਮਰਾਜ ਦੇ ਵਸ ਪੈਣਾ ਪਵੇਗਾ। ਉਹਨਾਂ ਦੇ ਕੋਲੋਂ ਲੇਖਾ ਧਰਮਰਾਜ ਲਵੇਗਾ। ਪਰ ਜਿਹੜੇ ਸੱਚ ਕਰਕੇ ਧਰਮੀ ਨੇ, ਜਿਹੜੇ ਨਿਰੰਕਾਰ ਦੇ ਨਾਲ ਆਪਣੀ ਪ੍ਰੀਤ ਪਾ ਕੇ ਬੈਠ ਗਏ, ਉਹ ਨਿਰੰਕਾਰੀ ਹੋ ਗਏ। ਉਹਨਾਂ ਦੇ ਕੋਲੋਂ ਲੇਖਾ ਜੋ ਹੈ, ਉਹਨਾਂ ਨੂੰ ਕੋਈ ਡਰ ਨਹੀਂ, ਉਹਨਾਂ ਨੂੰ ਕੋਈ ਸਜ਼ਾ ਨਹੀਂ ਹੋ ਸਕਦੀ। ਉੱਥੇ ਤਾਂ ਧਰਮਰਾਜ ਆਪ ਡਰਦਾ ਹੈ, ਉਹ ਆਪ ਡਰਾਉਂਦਾ ਹੈ। ਤੇ ਸਤਿਗੁਰੂ ਪਾਤਸ਼ਾਹ ਨੇ ਉਹ ਜੋ ਫੋਕਟ ਕਰਮ ਨੇ, ਉਹਨਾਂ ਦੀ ਗੱਲ ਕੀਤੀ ਸਰਾਹੋਂ ਦੀਆਂ ਪੰਕਤੀਆਂ ਦੇ ਅੰਦਰ ਕਿ ਫੋਕਟ ਕਰਮ ਕਰਨ ਵਾਲੇ ਜਿਹੜੇ ਨੇ, ਉਹ ਸਾਰੇ ਦੇ ਸਾਰੇ ਇੱਕ ਦਿਨ ਧਰਮਰਾਜ ਦੇ ਵਸ ਪੈਣਗੇ। ਤੇ ਸਤਿਗੁਰੂ ਪਾਤਸ਼ਾਹ ਜਿਹੜਾ ਪਹਿਲਾ ਪੰਦਾ, ਉਹਦੇ ਅੰਦਰ ਫੋਕਟ ਕਰਮਾਂ ਦੇ ਵਿੱਚ ਇਸ਼ਨਾਨ ਦੀ ਗੱਲ ਕਰ ਰਹੇ ਨੇ ਕਿ ਜਿਨ੍ਹਾਂ ਲੋਕਾਂ ਨੂੰ ਇਹ ਭੁਲੇਖਾ ਪੈ ਗਿਆ ਕਿ ਕੇਵਲ ਇਸ਼ਨਾਨ ਕਰਨ ਦੇ ਨਾਲ, ਸਰੀਰ ਦੇ ਧੋਣ ਦੇ ਨਾਲ ਪ੍ਰਵਾਨਗੀ ਹੋ ਜਾਵੇਗੀ ਰੱਬ ਦੇ ਦਰਗਾਹ ਦੇ ਅੰਦਰ। ਸਤਿਗੁਰੂ ਕਹਿੰਦੇ ਨੇ ਨਹੀਂ ਹੋ ਸਕਦੀ। ਬਾਣੀ ਦੇ ਅੰਦਰ ਅਸੀਂ ਪੜ੍ਹਦੇ ਹਾਂ, ਜਲ ਕੇ ਮੱਜਣ ਜੇਗਤ ਹੋਵੇ, ਨਿਤ ਨਿਤ ਮੇਂਢਕ ਨਾਵੈ, ਜੈਸੇ ਮੇਂਢਕ ਤੈਸੇ ਹੋਏ ਨਰ, ਫਿਰ ਜੋਨੀ ਆਵੇ। ਇਸ਼ਨਾਨ ਕਰਨਾ ਸਰੀਰ ਦੀ ਕਿਰਿਆ, ਸਰੀਰ ਨੂੰ ਚੁਸਤ ਦਰੁਸਤ ਰੱਖਣ ਵਾਸਤੇ, ਆਲਸ ਨੂੰ ਦੂਰ ਕਰਨ ਵਾਸਤੇ ਇੱਕ ਕਿਰਿਆ ਹੈ। ਸ਼ਾਇਦ ਕਿਸੇ ਨੇ ਜਦੋਂ ਇਸ ਨੂੰ ਉਹਨਾਂ ਦੇ ਧਰਮ ਦੇ ਅੰਦਰ ਵੀ ਜ਼ਰੂਰੀ ਕੀਤਾ ਹੋਵੇਗਾ, ਨਹੀਂ ਤਾਂ ਅਸੀਂ ਦੇਖਿਆ ਬੜੇ ਦਲਿਦਰੀ ਲੋਕੀ ਸਨ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਉਹ ਜਿਹੜੇ ਜੈਨੀ ਲੋਕੀ ਨੇ, ਬਾਕੀ ਲੋਕੀ ਨੇ, ਉਹਨਾਂ ਦਲਿਦਰੀ ਲੋਕਾਂ ਨੂੰ ਸਮਝਾਇਆ, ਭਾਈ ਤੁਸੀਂ ਕਰ ਕੀ ਰਹੇ ਹੋ? ਧੂੜ ਮਲੀ ਹੋਈ ਹੈ, ਕੁਚੀਲ ਬਣ ਕੇ ਰਹਿੰਦੇ ਹੋ, ਜਿਹੜਾ ਗੰਦਗੀ ਖਾ ਰਹੇ ਹੋ, ਗੰਦਗੀ ਦੇ ਵਿੱਚੋਂ ਜੋ ਹੈ ਉਹ ਬਰਬੋਜ ਉਹਨੂੰ ਸੁੰਘ ਰਹੇ ਹੋ, ਹਾਲਤ ਤੁਹਾਡੀ ਕੀ ਹੈ? ਸ਼ਾਇਦ ਜਿਨ੍ਹਾਂ ਲੋਕਾਂ ਨੇ ਧਰਮ ਦੇ ਨਾਲ ਇਸ਼ਨਾਨ ਨੂੰ ਜੋੜਿਆ ਸੀ, ਉਹ ਇਸ ਕਰਕੇ ਜੋੜਿਆ ਸੀ ਕਿ ਮਨੁੱਖ ਕੁਚੀਲ ਨਾ ਹੋਵੇ, ਦਲਿਦਰੀ ਨਾ ਹੋਵੇ। ਪਰ ਲੋਕਾਂ ਨੇ ਇਹਨੂੰ ਕਰਮਕਾਂਡ ਬਣਾ ਲਿਆ ਕਿ ਭਾਈ ਇਸ਼ਨਾਨ ਦੇ ਨਾਲ ਹੀ ਮੁਕਤੀ ਹੋ ਗਈ। ਖਾਸ ਦਿਨ ਦੇ ਇਸ਼ਨਾਨ, ਖਾਸ ਸਥਾਨਾਂ ਦੇ ਇਸ਼ਨਾਨ, ਉਹਦੇ ਨਾਲ ਕਿਤੇ ਮੁਕਤੀ ਲੱਭ ਜਾਵੇਗੀ। ਤੇ ਗੁਰਬਾਣੀ ਤਾਂ ਕਹਿੰਦੀ ਹੈ ਵੀ ਜੇ ਕਦੇ ਪਾਣੀ ਦੇ ਨਹਾਉਣ ਦੇ ਨਾਲ ਗੱਤ ਹੋ ਜਾਂਦੀ, ਤਾਂ ਫਿਰ ਮੇਂਢਕ ਤਾਂ ਦਿਨ ਰਾਤ ਪਾਣੀ 'ਚ ਹੀ ਛਾਲਾਂ ਲਾਈ ਜਾ ਰਹੀ ਹੈ, ਕਦੀ ਬਾਹਰ ਕਦੀ ਅੰਦਰ, ਕਦੀ ਬਾਹਰ ਕਦੀ ਅੰਦਰ। ਤੇ ਸਤਿਗੁਰੂ ਕਹਿੰਦੇ ਜੈਸੇ ਮੇਂਢਕ ਤੈਸੇ ਹੋਏ ਨਾ, ਫਿਰ ਜੋ ਨਹੀਂ ਆਵੇ। ਜਿਵੇਂ ਮੇਂਢਕ ਹੈ ਬਸ ਉਸੇ ਤਰ੍ਹਾਂ ਉਹ ਬੰਦਾ ਹੋ ਗਿਆ। ਭਾਈ ਤੂੰ ਭੁਲੇਖਾ ਕੱਢ, ਜੇ ਕਦੇ ਤੂੰ ਕੇਵਲ ਇਸ਼ਨਾਨ ਦੇ ਨਾਲ ਹੀ ਮੁਕਤੀ ਲੱਭਦਾ ਹੈ, ਤਾਂ ਫਿਰ ਉਸ ਮੇਂਢਕ ਤੋਂ ਵੱਧ ਕੇ ਕੁਝ ਨਹੀਂ, ਫਿਰ ਜੰਮਣ ਮਰਨ ਤੋਂ ਬਚ ਨਹੀਂ ਸਕਦਾ। ਪਰ ਕਹਿੰਦੇ ਤੈਨੂੰ ਸਾਫ਼ ਕੀ ਕਰਨਾ ਸੀ? ਸਰੀਰ ਸਾਫ਼ ਚਾਹੀਦਾ ਹੈ, ਸਾਫ਼ ਕਰਨਾ ਹੈ। ਇਸੇ ਕਰਕੇ ਸਾਨੂੰ ਹੁਕਮ ਹੈ ਨਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਸਾਨੂੰ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖੇ ਖਾਏ ਸੋ ਭਲਕੇ ਉਠ, ਹਰ ਨਾਮ ਤੇ ਆਵੈ ਉਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤਸਰ ਨਾਵੈ। ਕਿ ਸਰੀਰਕ ਤੌਰ ਦੇ ਉੱਤੇ ਸਰੀਰ ਨੂੰ ਸਾਫ਼ ਕਰਨਾ ਹੈ, ਫਿਰ ਅੰਮ੍ਰਿਤ ਸਰੋਵਰ ਦੇ ਵਿੱਚ, ਰੱਬੀ ਅੰਮ੍ਰਿਤ ਸਰੋਵਰ, ਬਾਣੀ ਦੇ ਸਰੋਵਰ ਵਿੱਚ, ਸਤਸੰਗਤ ਦੇ ਸਰੋਵਰ ਹੀ ਟੁੱਬੀਆਂ ਲਾਉਂਦੀਆਂ ਨੇ। ਸਤਿਗੁਰੂ ਪਾਤਸ਼ਾਹ ਨੇ ਸਾਨੂੰ ਉਪਦੇਸ਼ ਕੀਤਾ ਨਾ, ਆਤਮਾ ਦਾ ਇਸ਼ਨਾਨ ਵੀ ਜ਼ਰੂਰੀ ਹੈ। ਕੇਵਲ ਸਰੀਰ ਦੇ ਇਸ਼ਨਾਨ ਨਾਲ ਗੱਲ ਨਹੀਂ ਬਣਦੀ।
ਤੇ ਗੁਰਬਾਣੀ ਕਹਿੰਦੀ ਹੈ ਮਨ ਮੈਲਾ ਸਭ ਕੁਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਵੇ। ਕਿ ਜੇ ਕਿਤੇ ਤੂੰ ਕੇਵਲ ਸਰੀਰ ਧੋਣ ਦੇ ਨਾਲ ਹੀ ਸੋਚਦਾ ਮੈਂ ਧਰਮੀ ਹੋ ਗਿਆ, ਅੱਖਾਂ ਦੇ ਵਿੱਚ ਪਰ ਧਨ ਦਾ ਵਿਕਾਰ ਬੈਠਾ ਹੈ, ਉਹ ਮੈਲੀਆਂ ਨੇ। ਚਿੱਤ ਦੇ ਅੰਦਰ ਲੋਭ ਹੈ, ਜ਼ੁਬਾਨ ਦੇ ਉੱਤੇ ਕੋੜਾਪਣ ਹੈ। ਸਤਿਗੁਰ ਪਾਤਸ਼ਾਹ ਕਹਿੰਦੇ ਸੁਰਤੀ ਦੇ ਅੰਦਰ, ਸੋਚ ਦੇ ਅੰਦਰ ਕਿਸੇ ਦਾ ਬੁਰਾ ਚਿੱਤ ਵਰਿਆ ਹੈ। ਇਹ ਤਾਂ ਮੈਲ ਤੇਰੇ ਅੰਦਰ ਬੈਠੀ ਹੋਈ ਹੈ ਵਿਕਾਰਾਂ ਦੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ। ਤੇ ਸਤਿਗੁਰ ਇਹ ਕੱਢਿਆ ਨਹੀਂ ਤੇ ਕੇਵਲ ਸਰੀਰ ਧੋਣ ਦੇ ਨਾਲ ਤੂੰ ਇਹ ਸੋਚ ਕੇ ਬਹਿ ਗਿਆ ਮੈਂ ਧਰਮੀ ਹੋ ਗਿਆ, ਕਦੀ ਨਹੀਂ ਹੋ ਸਕਦਾ। ਕਾਇਆ ਮਾਂਜਸ ਕੌਣ ਗੁਨਾ, ਜੋ ਘਟ ਪੀਤਰ ਹੈ ਮਲਣਾ। ਮਾਰੇ ਕਹਿੰਦੇ ਕੇਵਲ ਸਰੀਰ ਹੀ ਧੋਈ ਜਾਵੇ, ਅੰਦਰੋਂ ਵਿਕਾਰ ਖਤਮ ਨਹੀਂ ਕੀਤੇ ਤੇ ਕਿੱਥੋਂ ਤੋਂ ਸਾਫ਼ ਹੋ ਗਿਆ, ਪਾਕ ਹੋ ਗਿਆ ਭਾਈ। ਲੋਕੀ 68 ਤੀਰਥ ਨਾਈ, ਕੋਰਾਪਣ ਤੋਂ ਨਾ ਜਾਏ। ਮਾਰੇ ਕਹਿੰਦੇ ਲੋਕੀ 68 ਤੀਰਥਾਂ ਦੇ ਉੱਤੇ ਨਹਾ ਕੇ ਆਉਂਦੇ ਨੇ, ਅੰਦਰੋਂ ਉਹ ਵਿਕਾਰ ਜਾਂਦੇ ਨੇ, ਅੰਦਰੋਂ ਉਹ ਕੋੜਾਪਣ ਜਾਂਦਾ ਨਹੀਂ, ਅੰਦਰੋਂ ਰੁੱਖਾਪਣ ਜਾਂਦਾ ਨਹੀਂ। ਬਾਹਰੋਂ ਧੋਤੀ ਤੁਮਰੀ, ਅੰਦਰ ਵਿਸ ਨਿਕੋ। ਪਾਛੇ ਦੀ ਹਾਲਤ ਉਸ ਤੁਮਰੀ ਵਰਗੀ ਹੋ ਗਈ ਜਿਹੜੀ ਕੋੜੀ ਹੈ। ਬਾਹਰੋਂ ਜਿੰਨੀ ਮਰਜ਼ੀ ਧੋਈ ਜਾਈਏ, ਅੰਦਰ ਤਾਂ ਉਹਦੇ ਜ਼ਹਿਰ ਹੀ ਜ਼ਹਿਰ, ਕੋੜਾਪਣ ਨਹੀਂ, ਕੋੜਪਣ ਨਹੀਂ। ਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਨਾਮਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪਾ ਲੱਥੀ ਨਾਤਿਆਂ, ਦੋ ਪਾਚੜੀਏ ਸਹੋਰ। ਬਾਤੋਂ ਬਾਹਰੋਂ ਧੋਤੀ ਤੁਮੜੀ, ਅੰਦਰ ਵਿਸਲੇ ਕੋਰ, ਸਾਧ ਭਲੇ ਅਨ ਨਾਤਿਆਂ, ਚੋਰ ਸੇ ਚੋਰਾ ਚੋਰ। ਕਹਿੰਦੇ ਜਿਹੜੇ ਇਸ ਨਹਾਉਣ ਨੂੰ ਤੁਸੀਂ ਚੰਗਾ ਸਮਝਦੇ ਕਿ ਵਿਕਾਰ ਅੰਦਰੋਂ ਗਏ ਨਹੀਂ, ਆਤਮਾ ਨੂੰ ਪਾਕ ਸਾਫ਼ ਨਹੀਂ ਕੀਤਾ, ਚੰਗੇ ਗੁਣਾਂ ਨੂੰ ਆਪਣੇ ਅੰਦਰ ਧਾਰਨ ਨਹੀਂ ਕੀਤਾ, ਮਨ ਵੀ ਮੈਲਾ ਰੱਖਿਆ, ਅੱਖਾਂ ਵੀ ਮੈਲੀਆਂ ਨੇ, ਸੁਰਤੀ ਵੀ ਮੈਲੀ ਹੈ, ਜ਼ਬਾਨ ਦੇ ਉੱਤੇ ਵੀ ਕੋੜਾ ਪਾਣੀ ਹੀ ਹੈ। ਤੇ ਕਹਿੰਦੇ ਫਿਰ ਇਹਦੇ ਕੋਲ ਤਾਂ ਉਹ ਧਰਮੀ ਚੰਗਾ ਜਿਹੜਾ ਨਹੀਂ ਮੰਨਦਾ, ਪ੍ਰਮਾਤਮਾ ਨੂੰ ਨਾਮ ਚੇਤੇ ਕਰ ਰਿਹਾ, ਪ੍ਰਮਾਤਮਾ ਨੂੰ ਯਾਦ। ਜਿਹੜਾ ਤੈਨੂੰ ਕਰਨਾ ਸੀ ਉਹ ਤਾਂ ਤੂੰ ਕੀਤਾ ਨਹੀਂ। ਕਰਨਾ ਕੀ ਸੀ? ਪ੍ਰਮਾਤਮਾ ਨੂੰ ਚੇਤੇ ਕਰਨਾ ਸੀ। ਲੇਕਿਨ ਸਤਿਗੁਰ ਉਹ ਤਾਂ ਤੂੰ ਕੀਤਾ ਨਹੀਂ। ਜੋ ਪੈ ਰਾਮ ਰਾਮ ਰਤ ਲਈ, ਉਹ ਕਰਮ ਤਾਂ ਤੂੰ ਕੀਤਾ ਹੀ ਨਹੀਂ। ਤੂੰ ਤਾਂ ਦੂਜੇ ਪਾਸੇ ਲੱਗ ਗਿਆ ਤੇ ਫਿਰ ਬਚੇਗਾ ਕਿਵੇਂ? ਤੈਨੂੰ ਤਾਂ ਜਾਣਾ ਪਵੇਗਾ, ਲੇਖਾ ਦੇਣਾ ਪਵੇਗਾ। ਮਾਰੇ ਕਹਿੰਦੇ ਬਸਤਰ ਪਖਾਲ ਪਖਾਲੇ ਕਾਇਆ, ਆਪੇ ਸੰਜਮ ਹੋਵੇ, ਅੰਤਰ ਮੈਲ ਲੱਗੀ ਨਹੀਂ ਜਾਣਾ। ਬਾਹਰੋਂ ਮਲ ਮਲ ਧੋਵੇ, ਬਾਹਰੋਂ ਤੀਰਥਾਂ ਦੇ ਉੱਤੇ ਨਹਾਈ ਜਾ ਰਿਹਾ, ਇਕਾਦਸ਼ੀ ਦੇ ਨਾ ਰਿਹਾ, ਕੁੰਭ ਦੇ ਮੇਲਿਆਂ ਤੇ ਨਾ ਰਿਹਾ, ਕਦੀ ਇੱਧਰ ਨਾ ਰਿਹਾ, ਕਦੀ ਉੱਧਰ ਨਾ ਰਿਹਾ, ਦੌੜ ਲਾਈ ਹੋਈ। ਗੁਰੂ ਪਿਆਰ ਵਾਲਿਓ, ਇਹ ਦੂਜੇ ਧਰਮਾਂ ਦੇ ਲੋਕਾਂ ਨੂੰ ਸਤਿਗੁਰਾਂ ਨੇ ਇਹ ਗੱਲ ਸਮਝਾਈ ਸੀ, ਪਰ ਸੱਚ ਜਾਣਿਓ ਇਹ ਮੁੜ ਕੇ ਸਾਡੇ ਅੰਦਰ ਵੀ ਪੈਦਾ ਹੋ। ਅਸੀਂ ਵੀ ਸੱਚ ਕਰਕੇ ਸਰੋਵਰਾਂ ਦੀ ਮਹਾਨਤਾ ਉਹਨੂੰ ਨਹੀਂ ਸਮਝ ਸਕੇ, ਬਸ ਟੁੱਬੇ ਨੂੰ ਸਮਝ ਲਿਆ, ਉਹਦੇ ਨਾਲ ਹੀ ਪਾਰ ਉਤਾਰਾ ਹੋ ਜਾਵੇ। ਬਾਉਲੀ ਦੇ ਉੱਤੇ ਜੋ ਬਾਉਲੀ ਦੀ ਮਹਾਨਤਾ ਸੀ, ਜਿਸ ਸਿਧਾਂਤ ਕਰਕੇ ਸਤਿਗੁਰਾਂ ਨੇ ਬਾਉਲੀ ਜੋ ਸੀ ਉਹ ਬਣਾ ਕੇ ਸੰਗਤ ਨੂੰ ਬਾਉਲੀ ਜੋ ਹੈ ਦਿੱਤੀ ਸੀ ਵੀ ਪਾਣੀ ਦੀ ਘਾਟ ਪੂਰੀ ਹੋਵੇਗੀ। ਜਾਤ ਪਾਤ ਤੋਂ ਰਹਿਤ ਲੋਕੀ, ਸਮਾਜ ਦੇ ਲੋਕੀ ਜਿਨ੍ਹਾਂ ਨੂੰ ਜਾਤ ਦੇ ਨਾਂ ਦੇ ਉੱਤੇ ਵਿਤਕਰੇ ਨੇ, ਉਹ ਸਾਂਝੇ ਸਰੋਵਰਾਂ 'ਚ ਇਸ਼ਨਾਨ ਕਰ ਸਕਣਗੇ, ਉੱਥੋਂ ਪਾਣੀ ਲੈ ਸਕਣਗੇ, ਪਾਣੀ ਪੀ ਸਕਣਗੇ। ਉਸ ਸਿਧਾਂਤ ਨੂੰ ਤਾਂ ਅਸੀਂ ਭੁੱਲ ਹੀ ਗਏ। ਅਸੀਂ ਤਾਂ ਕੇਵਲ ਟੁੱਬੀਆਂ ਤੱਕ ਹੀ ਆ ਕੇ ਸੀਮਤ ਹੋ ਗਏ। ਸਤਿਗੁਰ ਕਹਿੰਦੇ ਫਿਰ ਜਲ ਮਲ ਕਾਇਆ ਮਾਂਜੀਐ ਭਾਈ, ਭੀ ਮੈਲਾ ਤਨ ਹੋਏ, ਗਿਆਨ ਮਹਾਰਸ ਨਹਾਈਐ ਭਾਈ, ਮਨ ਤਨ ਨਿਰਮਲ ਹੋਏ। ਨਹਾਉਣਾ ਤੇ ਗਿਆਨ ਦੇ ਨਾਲ ਸੀ, ਮਨ ਤੇ ਤਨ ਨਿਰਮਲ ਕਰਨਾ ਸੀ। ਇੱਥੇ ਤਾਂ ਕੇਵਲ ਸਰੀਰ ਮਾਂਜਣ ਤੱਕ ਹੀ ਬੈਠ ਕੇ ਰਹਿ ਗਿਆ ਹੈ ਤੇ ਸਤਿਗੁਰ ਨੇ ਸਾਫ਼ ਨਹੀਂ ਹੋਇਆ। ਅੰਤਰ ਮੈਲ ਲੋਭ ਬਹੁਤ ਝੂਠੇ, ਬਾਹਰ ਨਹਾਵੋ ਕਾਈ ਜੀਓ, ਨਿਰਮਲ ਨਾਮ ਜਪੋ ਸਦ ਗੁਰਮੁਖ, ਅੰਤਰ ਕੀ ਗਤ ਤਾਈ ਜੀ। ਮਾਰੇ ਕਹਿੰਦੇ ਨੇ ਭਾਈ ਅੰਦਰੋਂ ਸਾਫ਼ ਹੋਣ ਦੀ ਗੱਲ ਸੀ। ਜੇ ਕਿਤੇ ਤੂੰ ਅੰਦਰੋਂ ਸਾਫ਼ ਹੋ ਜਾਂਦਾ ਤੇ ਫੇਰ ਤਾਂ ਗੱਲ ਬਣਨੀ ਸੀ। ਉਹ ਕੰਮ ਕੀਤਾ ਨਹੀਂ। ਉਹ ਉਤਰਨੀ ਕਿਵੇਂ ਸੀ ਮੈਲ? ਸੁਣ ਹਰ ਕਥਾ ਉਤਾਰੀ ਮੈਲ। ਜਿਹੜੀ ਔਗਣਾਂ ਦੀ ਮੈਲ ਸੀ, ਵਿਕਾਰਾਂ ਦੀ ਮੈਲ ਸੀ, ਉਹ ਪ੍ਰਮਾਤਮਾ ਦੇ ਬੰਦਗੀ ਦੇ ਨਾਲ, ਸ਼ਬਦ ਦੀ ਕਥਾ ਦੇ ਨਾਲ, ਉਹਦੇ ਅਨੁਸਾਰ ਜੀਵਨ ਜੀਵਿਆ ਉਤਰਨੀ ਸੀ। ਪਰ ਸਤਿਗੁਰ ਕਹਿੰਦੇ ਨਹੀਂ, ਮਨਮੁਖ ਦੀ ਅਵਸਥਾ ਹੀ ਵੱਖਰੀ ਹੋ ਗਈ। ਮਨਮੁਖ ਸਦਾ ਬਗ ਮੈਲਾ ਹੋਮੈ ਮਲ ਲਾਈ, ਇਸ਼ਨਾਨ ਕਰੇ ਪਰ ਮੈਲ ਨਾ ਜਾਈ, ਜੀਵਤ ਮਰੈ ਗੁਰ ਸ਼ਬਦ ਵਿਚਾਰੈ, ਹੋਮੈ ਮੈਲ ਚੁਕਾਵਣਿਆ। ਹਰ ਕਹਿੰਦੇ ਕੋਈ ਜੀਵਤ ਮਰਦਾ, ਅੰਦਰੋਂ ਵਿਕਾਰਾਂ ਨੂੰ ਮਾਰ ਦਿੰਦਾ, ਸ਼ਬਦ ਦੀ ਵਿਚਾਰ ਕਰਦਾ, ਹੋਮੈ ਦੀ ਜਿਹੜੀ ਮੈਲ ਸੀ ਉਤਰ ਜਾਂਦੀ। ਮਤ ਪਰ ਪਾਤਸ਼ਾਹ ਕਹਿੰਦੇ ਨੇ ਭਈ ਇਹ ਗੱਲ ਹੋਈ ਨਹੀਂ। ਅਸੀਂ ਸੱਚ ਕਰਕੇ ਸੁੱਚਾ ਕੌਣ ਹੈ, ਸਾਫ਼ ਕੌਣ ਹੈ, ਪਾਕ ਕੌਣ ਹੈ, ਇਸ ਨੂੰ ਸਮਝ ਨਹੀਂ ਸਕੇ ਕਿ ਸੂਚੇ ਇਹ ਨਾ ਆਖੀਆਂ ਬੈਣ ਜੇ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਭਾਈ ਸੁੱਚਾ ਕਿਹੜਾ ਹੁੰਦਾ ਹੋ ਸਕਦਾ ਸੀ? ਅਸੀਂ ਨਹਾਉਣ ਨੂੰ ਵੀ ਕਰਮਕਾਂਡ ਬਣਾ ਲਿਆ। ਮਾਰੇ ਕਹਿੰਦੇ ਫਿਰ ਜਦੋਂ ਇਹਨੂੰ ਨਹਾਉਣ ਨੂੰ ਹੀ ਕਰਮਕਾਂਡ ਬਣਾ ਲਿਆ ਤੇ ਫਿਰ ਤਾਂ ਧਰਮਰਾਜ ਦੇ ਵਸ ਪੈਣਾ ਹੀ ਪੈਣਾ। ਫਿਰ ਤਾਂ ਲੇਖੇ ਤੋਂ ਬਚ ਨਹੀਂ ਸਕਦਾ। ਇਹ ਤਾਂ ਆਪਣੇ ਮਨ ਦੇ ਨਾਲ ਧੋਖਾ ਸੀ। ਬਚ ਕਹਿੰਦੇ ਤਨ ਸੁੱਚਾ ਸੋ ਆਖੀ ਹੈ, ਜਿਸ ਮੈਂ ਸੱਚਾ ਨਾਓ। ਉਹ ਸੱਚਾ ਨਾਓ ਜਿਹਦੇ ਅੰਦਰ ਵਸਣਾ ਸੀ, ਉਹ ਤਨ ਤੇ ਮਨ ਜੋ ਸੀ ਸੁੱਚਾ ਹੋ ਜਾਣਾ ਸੀ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਅਸੀਂ ਜੋ ਕੇਵਲ ਤੇ ਕੇਵਲ
ਕਰਮਕਾਂਡਾਂ ਦੇ ਵਿੱਚ ਫਸ ਗਏ ਹਾਂ ਕਿ ਮਾਰੇ ਬਖਸ਼ਿਸ਼ ਕਰ ਰਹੇ ਨੇ ਬਾਣੀ ਦੇ ਅੰਦਰ ਕਿ ਸੱਚਾ ਤੀਰਥ ਹੈ ਕਿ ਅੰਮ੍ਰਿਤ ਨੀਰ ਗਿਆਨ ਮਨ ਮੱਝਣ 68 ਤੀਰਥ ਸੰਗ ਗਏ ਗੁਰ ਉਪਦੇਸ਼ ਜਵਾਰ ਮਾਨਕ ਸੇਵੇ ਸਿੱਖ ਸੋ ਖੋਜ ਲਖੈ ਗੁਰ ਸਮਾਨ ਤੀਰਥ ਨਹੀਂ ਕੋਈ। ਅੱਛਾ ਕਹਿੰਦੇ ਤੀਰਥ ਨਾਮਣ ਜਾਓ, ਤੀਰਥ ਨਾਮ ਹੈ ਸਭ ਤੋਂ ਵੱਡਾ ਨਾਮ ਤੀਰਥ ਹੈ, ਇਹਨੂੰ ਛੱਡ ਕੇ ਜੋ ਪੈ ਰਾਮ ਰਾਮ ਰਤਨਾ। ਸਤਿਗੁਰ ਕਹਿੰਦੇ ਭਾਈ ਉਹਨੂੰ ਛੱਡ ਹੀ ਦਿੱਤਾ, ਪਰਮਾਤਮਾ ਨੂੰ ਚੇਤੇ ਹੀ ਨਹੀਂ ਕੀਤਾ, ਤੇ ਫਿਰ ਤੇ ਜਾਣਾ ਤੇ ਧਰਮਰਾਜ ਕੋਲ ਪਵੇ, ਕਿਉਂਕਿ ਕੇਵਲ ਤੇ ਕੇਵਲ ਕਰਮਕਾਂਡਾਂ ਦੇ ਵਿੱਚ ਜੀਵਨ ਫਸ ਗਿਆ ਹੈ। ਤੇ ਪਾਤਸ਼ਾਹ ਕਹਿੰਦੇ ਭਾਈ ਹੁਣ ਇਹ ਕਰਮਕਾਂਡਾਂ 'ਚ ਫਸਿਆ ਹੋਇਆ ਆਪਣੇ ਜੀਵਨ ਨੂੰ ਬਰਬਾਦ ਕਰ ਰਹੇ ਆ, ਕੇਵਲ ਸਰੀਰ ਧੋਣ ਤੱਕ ਸੀਮਤ ਹੋ। ਕਿਸੇ ਥਾਂ ਦੇ ਉੱਤੇ ਕਿਸੇ ਸੰਤ ਜਨ ਨੇ ਇੱਕ ਸਰੋਵਰ ਬਣਾਇਆ ਸੀ। ਹਾਲਾਤ ਜਦੋਂ ਸੰਘਰਸ਼ ਚੱਲ ਰਿਹਾ ਸੀ ਉਸ ਵੇਲੇ ਗੁਰੂ ਕੇ ਜੋ ਸਿੰਘ ਸਨ ਕਿਤੇ ਠਾਰਾਂ ਦੇ ਉੱਤੇ ਚਲੇ ਜਾਂਦੇ। ਕਿਸੇ ਇੱਕ ਸੰਤ ਜੋ ਸੀ ਜਿਹਨੇ ਸਰੋਵਰ ਬਣਾਇਆ ਸੀ, ਉੱਥੇ ਇੱਕ ਨਾਮ ਅਭਿਆਸੀ ਬਾਣੀ ਪੜਨ ਵਾਲਾ ਜੁਝਾਰੂ ਸਿੰਘ ਖਾੜਕੂ ਪਹੁੰਚ ਗਿਆ। ਉਹ ਸਵੇਰੇ ਜਦੋਂ ਉੱਠ ਕੇ ਨਿਤਨੇਮ ਕਰੇ ਨਾ, ਤੇ ਮੈਨੂੰ ਉਹਨਾਂ ਦੇ ਸਾਥੀਆਂ ਨੇ ਸੁਣਾਇਆ, ਕਹਿਣ ਲੱਗੇ ਜਿਹੜਾ ਸੰਤ ਸੀ ਨਾ ਉੱਥੇ ਦਾ, ਤੇ ਉਹ ਉਹਨਾਂ ਨੂੰ ਕਹੀ ਜਾਵੇ ਭਾਈ ਕੀ ਕਰਦੇ ਹੋ, ਕੀ ਸਵੇਰੇ ਸਵੇਰੇ ਉੱਠ ਕੇ ਮੇਰੀ ਨੀਂਦ ਖਰਾਬ ਕਰਦੇ ਹੋ। ਉਹ ਕਹੇ ਮਹਾਰਾਜ ਮਹਾਂਪੁਰਖੋ ਉੱਠੋ, ਤੁਸੀਂ ਵੀ ਬਾਣੀ ਪੜ੍ਹ ਲਓ, ਨਿਤਨੇਮ ਕਰ ਲਓ। ਕਹਿ ਲਗੇ ਨਾ 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 ਸਾਨੂੰ ਕੋਈ ਲੋੜ ਨਹੀਂ ਜੀ ਨਿਤਨੇਮ ਕਰਨ ਦੀ, ਅਸੀਂ ਤਾਂ ਸੇਵਾ 'ਚ ਹੀ ਆ। ਹੁਣ ਗੁਰੂ ਪਾਤਸ਼ਾਹ ਉਹਨਾਂ ਨੂੰ ਸਮਝਾ ਰਹੇ ਨੇ, ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੇ ਨਿਤ ਗੁਰਮੁਖ ਹੋਈ ਇਸ਼ਨਾਨ ਕਰੇ ਸਦਾ ਦਿਨ ਰਾਤੀ ਹੋਮੈ ਮੈਲ ਚੁਕਾਵਣਿਆ। ਕਿ ਭਾਈ ਤੁਹਾਨੂੰ ਹਰੀ ਸਰੋਵਰ ਦੇ ਵਿੱਚ ਟੁੱਬੀਆਂ ਲਾਉਣੀਆਂ ਸੀ, ਪਰਮਾਤਮਾ ਦੇ ਸਿਮਰਨ ਦੇ ਮੋਤੀ ਹੀਰੇ ਜਵਾਹਰਾਤ ਚੁਗਣੇ ਸਨ, ਤੇ ਫਿਰ ਦਿਨ ਰਾਤ ਉਹਦੇ ਵਿੱਚ ਇਸ਼ਨਾਨ ਕਰਕੇ ਹੋਮੈ ਦੀ ਮੈਲ ਉਤਾਰਨੀ ਸੀ। ਉਹ ਕਹਿੰਦਾ ਨਹੀਂ ਜੀ ਸਾਨੂੰ ਇਸ਼ਨਾਨ ਦੀ ਲੋੜ ਨਹੀਂ। ਤੇ ਕਿਸੇ ਨੇ ਕਿਹਾ ਬਾਬਾ ਜੀ, ਉਹ ਕਹਿੰਦਾ ਬਾਬਾ ਜੀ ਇਹ ਸਰੋਵਰ ਕਾਹਦੇ ਵਾਸਤੇ ਬਣਾਏ ਨੇ? ਕਹਿੰਦੇ ਅਸੀਂ ਮੱਸਿਆ ਨਹਾਉਣ ਵਾਸਤੇ ਬਣਾਏ, ਮੈਂ ਆਪ ਵੀ ਮੱਸਿਆ ਨਹਾਵਾਂਗਾ, ਜਿਹੜੀਆਂ ਸੰਗਤਾਂ ਆਉਂਦੀਆਂ ਨੇ ਉਹ ਵੀ ਨਹਾਉਣ। ਸੱਚ ਕਰਕੇ ਜੋ ਪਖੰਡ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਰੋਕਣ ਦਾ ਯਤਨ ਕੀਤਾ, ਜਿਨ੍ਹਾਂ ਪਖੰਡਾਂ ਤੋਂ ਦੂਰ ਕਰਨ ਦਾ ਯਤਨ ਕੀਤਾ, ਅਸੀਂ ਸਾਰੇ ਉਹਨਾਂ ਪਖੰਡਾਂ ਦੇ ਵਿੱਚ ਹੀ ਉਲਝ ਕੇ ਬਹਿ ਗਏ। ਤੇ ਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਇਸ ਸ਼ਬਦ ਦੇ ਅੰਦਰ ਸਤਿਗੁਰੂ ਪਾਤਸ਼ਾਹ ਉਹਨਾਂ ਪਖੰਡਾਂ ਦੀ ਗੱਲ ਸਮਝਾ ਰਹੇ ਨੇ। ਤੇ ਸਾਡੇ ਰਹਿਤਨਾਮੇ ਵੀ ਕਹਿੰਦੇ ਨੇ ਭਾਈ ਸਰੀਰ ਦੀ ਸੁਚ ਜ਼ਰੂਰੀ ਹੈ, ਸੀਤਲ ਜਲ ਕੋ ਅੰਗੀਕਾਰ ਹੈ, ਜੇ ਮੈਂ ਸਖਤ ਤਪਤ ਕਰ ਥਾਰੈ, ਬਿਨ ਇਸ਼ਨਾਨ ਨਾ ਦਿਵਸ ਬਿਤਾਵੈ, ਬਿਨ ਇਸ਼ਨਾਨ ਨਾ ਭੋਜਨ ਪਾਵੈ। ਕਿ ਆ ਗੁਰਸਿੱਖ ਤੈਨੂੰ ਠੰਡੇ ਪਾਣੀ ਨਾਲ ਨਹਾਉਣਾ ਹੈ, ਜਿਹੜਾ ਨਹੀਂ ਨਹਾ ਸਕਦਾ ਉਹ ਗਰਮ ਕਰ ਲੇ, ਇਹਦੇ ਅੰਦਰ ਕੋਈ ਭਰਮ ਨਹੀਂ ਕਰਨਾ। ਤੇ ਲੇਕਿਨ ਇਸ਼ਨਾਨ ਤੋਂ ਬਿਨਾ ਤੇਰਾ ਦਿਨ ਬਤੀਤ ਨਹੀਂ ਹੋਣਾ ਚਾਹੀਦਾ, ਇਸ਼ਨਾਨ ਤੋਂ ਬਿਨਾ ਭੋਜਨ ਨਾ ਕਰੀ, ਕਿਉਂਕਿ ਸਰੀਰ ਦੀ ਚੇਤਨਤਾ ਦੀ ਲੋੜ ਹੈ, ਸਰੀਰ ਸਵੱਛ ਤੇ ਸਾਫ਼ ਹੋਣਾ ਚਾਹੀਦਾ। ਇਸ਼ਨਾਨ ਕਰਕੇ ਤੂੰ ਬੰਦਗੀ ਕਰਨੀ ਹੈ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਕੇਵਲ ਇਸ਼ਨਾਨ ਦੇ ਨਾਲ ਹੀ ਜੁੜਿਆ ਹੋਗਾ, ਤੇ ਫਿਰ ਤਾਂ ਜੀਵਨ ਬਰਬਾਦ ਹੋ ਗਿਆ, ਫਿਰ ਮੈਲ ਜੋ ਜਾ ਨਹੀਂ ਸਕਦੀ। ਨਾਮ ਇਸ਼ਨਾਨ ਕਰੇ ਸੇ ਜਨ ਨਿਰਮਲ, ਸ਼ਬਦੇ ਮੈਲ ਗਵਾਈ। ਸ਼ਬਦ ਦੇ ਰਾਹੀਂ ਮੈਲ ਜਾ ਸਕਦੀ, ਸਰੀਰ ਦੀ ਮੈਲ ਪਾਣੀ ਨਾਲ ਉਤਰ ਜਾਵੇਗੀ। ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਆ ਉਹ ਧੋਏ, ਭਰੀਐ ਮੋਹ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ। ਸਭ ਦੇ ਭਾਈ ਜੇ ਕਦੇ ਮਤ ਪਾਪਾਂ ਦੇ ਨਾਲ ਭਰੀ ਪਈ ਹੈ, ਉਹ ਨਾਮ ਦੇ ਨਾਲ ਹੀ ਉਤਰਦੀ। ਹੁਣ ਸਤਿਗੁਰੂ ਪਾਤਸ਼ਾਹ ਕਹਿੰਦੇ ਨਹੀਂ ਤਾਂ ਫਿਰ ਕਰਦਾ ਕੀ ਆ ਮਨੁੱਖ? ਸਰੀਰ ਜੋ ਹੈ ਨਾ ਉਸ ਦੇ ਭੇਖ ਕਰਨਾ ਸ਼ੁਰੂ ਹੋ ਜਾਂਦਾ। ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬੋ ਦੇਣ, ਕਉ ਨਾ ਭਵਿਜੈ ਸੰਜਮ ਸੁਆਮੀ ਬੋਲੇ ਮਿੱਠੇ ਵੈ। ਮਾਰੇ ਕਹਿੰਦੇ ਫਿਰ ਇਹ ਜਿਹੜੇ ਕਰਮ ਕਾਂਡ ਨੇ ਇਹਨਾਂ ਵਿੱਚ ਲੱਗ ਜਾਂਦਾ ਹੈ। ਕਿਤੇ ਸਰੀਰ ਦੇ ਉੱਤੇ ਤਿਲਕ ਲਾ ਲਿਆ, ਹੱਥ ਦੇ ਵਿੱਚ ਲੋਟਾ ਪਕੜ ਲਿਆ, ਕੋਈ ਕਿਸੇ ਖਾਸ ਕਿਸਮ ਦੇ ਕੱਪੜੇ ਪਾ ਲਏ, ਕਿਤੇ ਨੰਗੇ ਪੈਰ ਚੱਲ ਪਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਇਹਦਾ ਜੀਵਨ ਜੋ ਹੈ ਇਹ ਸਰੀਰ ਨੂੰ ਹੀ ਭੇਖਾਂ ਦੇ ਵਿੱਚ ਫਸਾ ਕੇ ਬਹਿ ਜਾਂਦਾ ਹੈ। ਮਾਰੇ ਕਹਿੰਦੇ ਸਰੀਰ ਜੋ ਸੀ ਇਹ ਤਾਂ ਤੈਨੂੰ ਇਸ ਸਰੀਰ ਦੇ ਹੁੰਦਿਆਂ ਪ੍ਰਮਾਤਮਾ ਦੀ ਬੰਦਗੀ ਕਰਨੀ, ਪਰ ਇਹ ਤਾਂ ਉਲਝ ਕੇ ਬਹਿ ਗਿਆ। ਕਿਤੇ ਨੰਗਾ ਫਿਰ ਰਿਹਾ, ਕਿਤੇ ਨੰਗੇ ਪੈਰ ਚੱਲ ਰਿਹਾ, ਕਿਤੇ ਜੋ ਹੈ ਮੱਥੇ ਦੇ ਉੱਤੇ ਤਿਲਕ ਲਾ ਲਿਆ, ਹੱਥ ਦੇ ਵਿੱਚ ਮਾਲਾ ਪਕੜ ਲਈ, ਹੱਥ ਦੇ ਵਿੱਚ ਲੋਟਾ ਪਕੜ ਰਿਹਾ। ਪਾਤਸ਼ਾਹ ਕਹਿੰਦੇ ਮਾਥਾ ਤਿਲਕ ਹੱਥ ਮਾਲਾ ਬੰਨ੍ਹਣਾ, ਲੋਗਨ ਰਾਮ ਖਿਲੋਣਾ ਜਾਣਾ। ਅਸੀਂ ਤਾਂ ਰੱਬ ਨੂੰ ਹੀ ਖਿਲੋਣਾ ਮੰਨ ਕੇ ਬੈਠ ਗਏ। ਨਗਨ ਫਿਰਤ ਜੋ ਪਾਈਆ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ, ਕਿਆ ਨਾਂਗੇ ਕਿਆ ਬਾਂਦੇ ਚਾਮ ਜੋ ਨਹੀਂ ਚੀਨਸ ਆਤਮਰਾ। ਅੱਛਾ ਉਹ ਗੱਲ ਕਹਿ ਰਹੇ ਨੇ, ਜੋਗ ਪੈ ਰਾਮ ਰਾਮ ਰਤਨਾ ਹੀ ਚਾਹੀਦਾ, ਤੁਸੀਂ ਪ੍ਰਮਾਤਮਾ ਦੀ ਬੰਦਗੀ ਕਰਨੀ। ਪਰ ਇਹ ਜੋ ਸੀ ਇਹ ਸਰੀਰ ਦੇ ਵਾਸੀ ਹੋ ਗਿਆ, ਇਹ ਸਰੀਰ ਨੂੰ ਹੀ ਜੋ ਸੀ ਸਭ ਕੁਝ ਮੰਨ ਕੇ ਬਹਿ ਗਿਆ।
ਸਰੀਰ ਨੂੰ ਸਾਜਣ ਤੇ ਸਵਾਰਨ ਵਿੱਚ ਲੱਗ ਗਿਆ। ਸਰੀਰ ਦੇ ਨਾਲ ਹੀ ਜੁੜੇ ਹੋਏ ਧਰਮ ਦੇ ਜੋ ਚਿੰਨ੍ਹ ਸਨ ਉਹਨਾਂ ਨੂੰ ਹੀ ਧਰਮ ਬਣ ਕੇ ਮੰਨ ਕੇ ਬਹਿ ਗਿਆ। ਤੇ ਮਾਰੇ ਕਹਿੰਦੇ ਕਿਤੇ ਕੇਵਲ ਤੇ ਕੇਵਲ ਪਾਠ ਪੂਜਾ ਦੇ ਵਿੱਚ ਲੱਗ ਗਿਆ, ਕੇਵਲ ਪੜਨ ਤੱਕ ਹੀ ਸੀਮਤ ਹੋ ਗਿਆ। ਲਿਖ ਲਿਖ ਪੜਿਆ ਤੇਤਾ ਕਲਿਆ ਬੋ ਤੀਰਥ ਭਵਿਆ, ਤੇਤੋ ਲਵਿਆ ਬੋ ਭੇਖ ਕੀਆ, ਦੇਈ ਦੁਖ ਦੀਆ ਸੋਵੇ ਜੀਆ ਆਪਣਾ ਕੀਆ। ਸਭ ਨੇ ਭੇਖ ਹੀ ਕਰੀ ਜਾ ਰਹੇ, ਕੇਵਲ ਪੜੀ ਜਾ ਰਹੇ, ਤੀਰਥਾਂ ਦੇ ਉੱਤੇ ਭਵੀ ਜਾ ਰਹੇ। ਅੰਨ ਛੱਡ ਦਿੱਤਾ, ਵਰਤ ਰੱਖਣਾ ਸ਼ੁਰੂ ਕਰ ਦਿੱਤੇ। ਅੰਨ ਨਾ ਖਾਇਆ, ਸਾਧ ਗਵਾਇਆ, ਬਹੁਤ ਦੁੱਖ ਪਾਇਆ, ਦੂਜਾ ਪਾਇਆ। ਬਸਤਰ ਨਾ ਪਹਿਰੇ, ਨੰਗਾ ਫਿਰਨਾ ਸ਼ੁਰੂ ਹੋ ਗਿਆ। ਬਸਤਰ ਨਾ ਪਹਿਰੇ, ਐਨਸ ਕਹਿ ਰਹੇ, ਮੌਨ ਵਿਗੂਤਾ, ਕਿਉਂ ਜਾਗਿਆ ਗੁਰੂ ਬਿਨ ਸੁੱਤਾ। ਪਗ ਉੱਪੇ ਤਾਣਾ, ਸਭ ਕਹਿੰਦੇ ਕਿਤੇ ਮੌਨ ਧਾਰੀ ਹੋ ਕੇ ਬਹਿ ਗਏ, ਕਿਤੇ ਪੈਰਾਂ ਤੋਂ ਨੰਗਾ ਫਿਰਨਾ ਸ਼ੁਰੂ ਹੋ ਗਏ। ਪਗ ਉੱਪੇ ਤਾਣਾ ਆਪਣਾ ਕੀਆ ਕਮਾਨਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧਾ ਪੱਤ ਗਵਾਈ। ਸਤਿਗੁਰੂ ਕਹਿੰਦੇ ਨੇ ਜਿਹੜੀ ਇਹਦੀ ਆਪਣੀ ਰਾਸ ਪੂੰਜੀ ਸੀ ਉਹਨੂੰ ਵੀ ਗਵਾ ਕੇ ਬੈਠ। ਰਹਿਬ ਬਾਨੀ ਮੜੀ ਮਸਾਨੀ, ਅੰਦਰ ਜਾਣਾ ਫਿਰ ਪਛਤਾਨੀ, ਸਤਿਗੁਰ ਭੇਟੈ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ। ਫਿਰ ਉਹੀਓ ਤਤ ਸਤਿਗੁਰੂ ਲੱਭ ਜਾਵੇ ਤੇ ਸਤਿਗੁਰੂ ਫਿਰ ਸੁਖ ਲੱਭਦਾ ਹੈ, ਫਿਰ ਹਰੀ ਦੇ ਨਾਮ ਨੂੰ ਮਨ ਵਿੱਚ ਵਸਾਉਂਦਾ ਹੈ, ਫਿਰ ਇਹ ਬਾਕੀ ਕਰਮ ਕਾਂਡਾਂ 'ਚ ਨਹੀਂ ਫਸਦਾ। ਤੇ ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨੈ ਕੇਵਲ ਹੋਮੈ ਸ਼ਬਦ ਜਲਾਏ। ਫਿਰ ਹੋਮੈ ਸ਼ਬਦ ਦੇ ਨਾਲ ਸੜਦੀ ਹੈ, ਜਦੋਂ ਹੋਮੈ ਮਿਟ ਗਈ ਨਾਮ ਦਾ ਵਾਸਾ ਹੋ ਜਾਂਦਾ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਅਕਾਲ ਉਸਤਤ ਦੇ ਅੰਦਰ ਸਪਸ਼ਟ ਕਰਕੇ ਸਮਝਾਇਆ, ਭਾਈ ਮਨੁੱਖ ਭੂਖ ਮਲਹਾਰੀ ਗਜ ਗਦਾ ਵਿਪੂਤ ਧਾਰੀ, ਗਿੱਧਵਾ ਮਸਾਨ ਬਾਸ ਕਰਿਓ ਹੀ ਕਰਤ ਹੈ। ਕੇਵਲ ਧਰਮਕ ਪਖੰਡਾਂ ਦੇ ਨਾਲ, ਕੇਵਲ ਸਰੀਰ ਦੇ ਭੇਖ ਕਰਨ ਦੇ ਨਾਲ ਭੇਖੀ ਪ੍ਰਭੂ ਨਾ ਲੱਭਈ, ਬਿਨ ਸੱਚੀ ਸਿੱਖਣ। ਕਹਿੰਦੇ ਨੇ ਭੇਖ ਦੇ ਨਾਲ ਰੱਬ ਨਹੀਂ ਲੱਭ ਸਕਦਾ। ਤੇ ਜੇ ਕਿਤੇ ਸਰੀਰ ਦੇ ਉੱਤੇ ਸਵਾਹ ਮਲਿਆ ਰੱਬ ਲੱਭਦਾ, ਤੇ ਪਾਤਸ਼ਾਹ ਕਹਿੰਦੇ ਹਾਥੀ ਤੇ ਗਧਾ ਉਹ ਤਾਂ ਮਿੱਟੀ ਵਿੱਚ ਹੀ ਜੋ ਨੇ ਉਹ ਵਲੇਟੇ ਮਾਰਦੇ ਰਹਿੰਦੇ ਨੇ। ਫਿਰ ਜੋ ਗਿੱਧ ਹੈ ਉਹ ਮਸਾਣਾ ਵਿੱਚ ਹੀ ਰਹਿੰਦੀ ਹੈ। ਘੁੱਗੂ ਮੱਠ ਵਾਸੀ ਲੱਗੇ ਡੋਲਤ ਉਦਾਸੀ ਮਿਰਗ, ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ। ਘੁੱਗੂ ਮੱਠਾਂ ਵਿੱਚ ਹੀ ਰਹਿੰਦਾ। ਫਿਰ ਸਤਿਗੁਰੂ ਕਹਿੰਦੇ ਜੰਗਲਾਂ ਦੇ ਅੰਦਰ ਹੀ ਤਾਂ ਹਿਰਨ ਰਹਿ ਗਿਆ, ਸਾਰੀ ਜ਼ਿੰਦਗੀ ਮਿਰਗ ਜੰਗਲਾਂ ਵਿੱਚ ਰਹਿੰਦੇ ਨੇ। ਰੁੱਖ ਜੋ ਨੇ ਜੇ ਕਿਤੇ ਚੁੱਪ ਕਰਨ ਦੇ ਨਾਲ ਰੱਬ ਲੱਭਦਾ ਤੇ ਰੁੱਖ ਤਾਂ ਕਦੀ ਬੋਲਿਆ ਹੀ ਨਹੀਂ। ਬਿੰਦ ਕੇ ਸਦਈਆ ਤਾਂ ਹੀਜ ਕੋ ਵਡਈਆ ਦੇ, ਬੰਦਰਾ ਸਦੀਵ ਪਾਏ ਨਾਂਗੇ ਹੀ ਫਿਰਤ ਹੈ। ਜੇ ਕਿਤੇ ਬਿੰਦ ਰੱਖਣ ਦੇ ਨਾਲ ਤੂੰ ਸੋਚਦਾ ਤੇਰਾ ਜੋ ਹੈ ਧਰਮ ਦੇ ਵਿੱਚ ਪ੍ਰਵਾਨ ਹੋ ਗਿਆ, ਰੱਬ ਨੂੰ ਨਹੀਂ ਚੇਤੇ ਕਰਦਾ, ਜਤੀ ਹੋ ਕੇ ਬਹਿ ਗਿਆ। ਇੱਕ ਬਿੰਦ ਜਤਨ ਕਰ ਰੱਖ ਦੇ ਸੇ ਜਤੀ ਕਹਾਵੇਂ, ਬਿਨ ਗੁਰ ਸ਼ਬਦ ਛੂਟੇ ਹੀ ਭ੍ਰਮ ਆਵੇਂ ਜਾਵੇਂ। ਕਈ ਵਾਰ ਅੱਜ ਜਤੀ ਬਣੇ ਫਿਰਦੇ ਨੇ। ਅਸੀਂ ਜਤੀ ਹਾਂ ਜੀ, ਇਹਨਾਂ ਸਾਡੇ ਬਾਬਾ ਜੀ ਨੇ, ਇਹਨਾਂ ਗੁਰਮੁਖ ਪਿਆਰਿਆਂ ਨੇ, ਇਹਨਾਂ ਸੰਤ ਜੀ ਨੇ ਵਿਆਹ ਹੀ ਨਹੀਂ ਕਰਵਾਇਆ। ਸਤਿਗੁਰੂ ਕਹਿੰਦੇ ਕਿਹੜੀ ਵੱਡੀ ਗੱਲ ਹੋ ਗਈ। ਮਾਰੇ ਕਹਿੰਦੇ ਜੇ ਕਿਤੇ ਕਿਸੇ ਨੇ ਬਿੰਦ ਰੱਖ ਵੀ ਲਿਆ ਤੇ ਫਿਰ ਹਿਜੜੀਆਂ ਵਾਂਗੇ ਹੋ ਗਿਆ ਨਾ। ਤੇ ਮਾਰੇ ਕਹਿੰਦੇ ਨੇ ਫਿਰ ਜੇ ਕਿਤੇ ਕੋਈ ਨੰਗੇ ਪੈਰ ਫਿਰਦਾ ਤੇ ਬੰਦਰ ਨੂੰ ਤਾਂ ਕਦੇ ਕਿਸੇ ਨੇ ਬੂਟ ਪਵਾਏ ਹੀ ਨਹੀਂ। ਪਾਛੇ ਕਹਿੰਦੇ ਕੇਵਲ ਸਰੀਰ ਨੂੰ ਭੇਖ ਅਧੀਨ ਕਰਕੇ, ਅੰਗਣਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ, ਇੱਕ ਗਿਆਨ ਕੇ ਵਿਹੀਨ ਛੀਨ ਕੈਸੇ ਕਹਿ ਤਰਤ ਹੈ। ਤੇ ਮਾਰੇ ਫਿਰ ਇਹ ਗੱਲ ਵੀ ਸਮਝਾਉਂਦੇ ਨੇ ਕੇਵਲ ਜੇ ਕਿਤੇ ਪਾਠ ਕਰਨ ਦੇ ਨਾਲ, ਧਾਰਮਿਕ ਪੁਸਤਕਾਂ ਪੜ੍ਹਨ ਦੇ ਨਾਲ, ਪੰਚਮ ਪਾਤਸ਼ਾਹ ਦਾ ਅਸੀਂ ਸ਼ਬਦ ਪੜ੍ਹਦੇ ਹਾਂ, ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ, ਪੰਜ ਜਨਾ ਸਿਓ ਸੰਗ ਨਾ ਛੁਟਕਿਓ ਅਦਕ ਅਹੰਗ ਬੁਧਵਾਦੇ, ਪਿਆਰੇ ਇਨ ਵਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ। ਇਹ ਸਾਰੇ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਜਿੰਨੇ ਸਰੀਰ ਦੇ ਵਾਸਤੇ ਭੇਖ ਕੀਤੇ ਜਾਂਦੇ ਨੇ ਉਦਰ ਪੂਰਤੀ ਵਾਸਤੇ ਕਿ ਅਸੀਂ ਧਰਮੀ ਬਣ ਗਏ ਹਾਂ, ਪਿੱਛੇ ਨਿਸ਼ਾਨਾ ਉਦਰ ਪੂਰਤੀ ਹੁੰਦੀ ਹੈ। ਸਤਿਗੁਰੂ ਕਹਿੰਦੇ ਨੇ ਉਹ ਸਾਰੇ ਭੇਖ ਸਤਿਗੁਰਾਂ ਨੇ ਇਹਦੇ ਵਿੱਚ ਗਿਣ ਲਏ। ਤੇ ਸਤਿਗੁਰੂ ਕਹਿੰਦੇ ਪਈ ਨਹੀਂ, ਸਵਾਮੀ ਦੇ ਦਰ ਦੇ ਉੱਤੇ ਟਹਿ ਜਾ, ਕਿਆ ਮੇਰੇ ਅਕਾਲ ਪੁਰਖ ਵਾਹਿਗੁਰੂ ਮੈਨੂੰ ਵਿਵੇਕ ਬੁੱਧ ਬਖਸ਼, ਨਹੀਂ ਤਾਂ ਫਿਰ ਪਾਠ ਪੜਿਆ ਮੁੱਖ ਝੂਠੋ ਬੋਲਾ ਹੈ, ਨਿਗੁਰੇ ਕੀ ਮਤ ਉਹ ਹੈ। ਮਤਲਬ ਕਿ ਪਾਠ ਕਰੀ ਜਾ ਰਹੇ ਹਾਂ, ਝੂਠ ਵੀ ਬੋਲੀ ਜਾ ਰਹੇ हैं। वेद पुराण पढ़े का क्या गुण, खर चंदन जस पारा, राम नाम की गत नहीं जानी कैसे उतर सपारा। सतगुਰਾਂ ਜੇ ਕਦੇ वेद पुराण भी पढ़ ले ਤਾਂ ਫਿਰ ਕਿਹੜੀ ਵੱਡੀ ਗੱਲ ਹੋ ਗਈ। ਜੇ ਕਦੇ ਧਰਮ ਦੇ ਅਨੁਸਾਰ ਜੀਵਨ ਨਹੀਂ ਜੀਵਿਆ, ਸੱਚ ਧਰਮ ਤੇਰੇ ਅੰਦਰ ਵਸਿਆ ਨਹੀਂ, ਕੇਵਲ ਕਰਮਕਾਂਡੀ ਜੀਵਨ ਰਿਹਾ, ਫਿਰ ਤਾਂ ਘੋੜੇ ਜੋ ਖੋਤਾ ਹੈ ਉਹਦੇ ਉੱਤੇ ਜਿੰਨਾ ਮਰਜ਼ੀ ਚੰਦਨ ਲੱਦਦੇ ਹੋ, ਉਹਨੂੰ ਕੀਮਤ ਦਾ ਥੋੜੀ ਪਤਾ ਉੱਤੇ ਕਹੇਗਾ ਮੈਨੂੰ ਭਾਰ ਪਿਆ ਹੋਇਆ। ਸਤਿਗੁਰੂ ਪਰਮਾਤਮਾ ਦੀ ਬੰਦਗੀ ਤੋਂ ਬਿਨਾ ਗੱਲ ਬਣਨ ਵਾਲੀ ਨਹੀਂ। ਵੇਦ ਪੜ੍ਹੇ ਸੰਪੂਰਨਾ ਤਤ ਸਾਰ ਨਾ ਪੇਖੰਗ, ਤਿਲਕ ਕੜੇ ਇਸ਼ਨਾਨ ਕਰ ਅੰਤਰ ਕਾ ਲੇਖੰਗ, ਭੇਖੀ ਪ੍ਰਭੂ ਨਾ ਲੱਭੇ ਬਿਨ ਸੱਚੀ ਸਿੱਖੰਗ। ਸਤਿਗੁਰੂ ਕਹਿੰਦੇ ਕੇਵਲ ਧਾਰਮਿਕ ਪੁਸਤਕਾਂ ਨੂੰ ਪੜ੍ਹਨ ਦੇ ਨਾਲ ਉਹਨਾਂ ਨੂੰ ਸਮਝਾ ਰਹੇ ਨੇ ਜਿਹੜੇ ਕੇਵਲ ਧਾਰਮਿਕ ਪੁਸਤਕਾਂ ਨੂੰ ਪੜ੍ਹ ਰਹੇ ਸਨ, ਸੱਚ ਕਰਕੇ ਪੱਲੇ ਧਰਮ ਨਹੀਂ ਸੀ। ਤੇ ਸਤਿਗੁਰੂ ਉਹਨਾਂ ਨੂੰ ਕਹਿ ਰਹੇ ਨੇ ਭਾਈ ਤੁਸੀਂ ਬਚ ਨਹੀਂ ਸਕਦੇ ਕਿਉਂਕਿ ਤੁਹਾਡੇ ਕੋਲ ਰਾਮ ਨਾਮ ਨਹੀਂ, परमात्मा की बंदगी नहीं, जो पै राम राम रत नहीं ते सब धर्म राय कह जाए, ਤੁਹਾਨੂੰ ਜਾਣਾ ਪਵੇਗਾ। ਤੁਹਾਨੂੰ ਸਜ਼ਾ ਜੋ ਹੈ
ਉਹ ਉੱਥੇ ਲੱਭੇਗੀ ਲੱਭੇਗੀ, ਬਚ ਨਹੀਂ ਸਕਦੇ। ਤੇ ਸਤਿਗੁਰੂ ਪਾਤਸ਼ਾਹ ਅਸੀਂ ਬਾਣੀ ਦੇ ਅੰਦਰ ਪੜ੍ਹਦੇ ਹਾਂ, ਬੇਅੰਤ ਉਦਾਹਰਨਾਂ ਨੇ। ਜਦੋਂ ਆਸਾ ਦੀ ਵਾਰ ਦੇ ਅੰਦਰ ਪੜ੍ਹਦੇ ਹਾਂ, ਪਰ ਗੱਡੀ ਲੱਦੀ ਹੈ, ਪਰ ਭਰੀ ਹੈ ਸਾਥ। ਸਤਿਗੁਰੂ ਇਹ ਤੇ ਆਖਰੀ ਜਾ ਕੇ ਕੀ ਕਹਿੰਦੇ? ਸਤਿਗੁਰੂ ਨਾਨਕ ਲੇਖਾ ਇੱਕ ਗੱਲ ਹੋਰ ਹੋਮੈ ਝਖਣਾ ਝਾਕ। ਕਹਿੰਦੇ ਜਿੰਨਾ ਮਰਜ਼ੀ ਪੜ੍ਹ ਲੈ, ਗੱਡੇ ਲੱਦ ਲੈ, ਟੋਵੇ ਪੁੱਟ ਕੇ ਉਹਦੇ ਵਿੱਚ ਭਰਦੇ, ਜੋ ਮਰਜ਼ੀ ਕਰ, ਸਾਰੀ ਜ਼ਿੰਦਗੀ ਪੜ੍ਹਦਾ ਰਹਿ, ਜਿੰਨੀ ਦੇਰ ਤੇਰੇ ਕੋਲ ਉਮਰ ਹੈ ਸਾਰੀ ਉਮਰ ਪੜ੍ਹ, ਸਾਰੇ ਮਹੀਨੇ ਪੜ੍ਹ, ਸਾਰੇ ਸਾਲ ਪੜ੍ਹ, ਉਮਰ ਸਾਰੀ ਪੜ੍ਹ, ਜਿੰਨੇ ਤੇਰੇ ਕੋਲ ਸਵਾਸ ਨੇ ਪੜ੍ਹਦਾ ਰਹਿ। ਇੱਕੋ ਗੱਲ ਲੇਖੇ ਚ ਆਏਗੀ ਕਿ ਭਾਈ ਜਾਨ ਤੂੰ ਸੰਸਾਰ ਦੇ ਅੰਦਰ ਭਗਤੀ ਕੀਤੀ ਕਿ ਨਹੀਂ, ਗੁਰੂ ਸ਼ਬਦ ਅਨੁਸਾਰ ਜੀਵਨ ਜੀਵਿਆ ਕਿ ਨਹੀਂ। ਉਸੇ ਦੇ ਉੱਤੇ ਜਾ ਕੇ ਨਿਪਟਾਰਾ ਹੋਵੇਗਾ, ਉਸੇ ਦੇ ਉੱਤੇ ਜਾ ਕੇ ਪਰਖ ਹੋਵੇਗੀ। ਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਭਗਤ ਜੀ ਇਹ ਗੱਲ ਸਮਝਾ ਰਹੇ ਨੇ, ਭਾਈ ਭੇਖ ਦੇ ਵਿੱਚੋਂ ਫਿਰ ਧਰਮ ਨਹੀਂ ਉਪਜਦਾ, ਦਇਆ ਨਹੀਂ ਉਪਜਦੀ। ਜੇ ਕਿਤੇ ਭੇਖ ਹੋਵੇਗਾ ਫਿਰ ਅੰਦਰ ਦਇਆ ਨਹੀਂ ਹੋ ਸਕਦੀ। ਤੇ ਧਰਮ ਦੀ ਪਹਿਲੀ ਨਿਸ਼ਾਨੀ, ਤੋਲ ਧਰਮ ਦਇਆ ਕਾ ਪੂਤ, ਧਰਮ ਦੀ ਪਹਿਲੀ ਨਿਸ਼ਾਨੀ ਹੀ ਦਇਆ ਹੈ। ਕੋਈ ਮਨੁੱਖ ਤਿਲਕ ਨੂੰ ਧਰਮ ਦੀ ਨਿਸ਼ਾਨੀ ਸਮਝ ਲਵੇਗਾ, ਕੋਈ ਮਨੁੱਖ ਆਪਣੇ ਕਿਸੇ ਧਾਰਮਿਕ ਚਿੰਨ੍ਹ ਨੂੰ ਧਰਮ ਦੀ ਨਿਸ਼ਾਨੀ ਸਮਝ ਲਏਗਾ, ਲੇਕਿਨ ਫਿਰ ਉਸੇ ਚਿੰਨ੍ਹ ਦੇ ਵਾਸਤੇ ਕਿੰਨੇ ਲੋਕਾਂ ਦਾ ਕਤਲ ਕਰ ਦੇਵੇ। ਕੇਵਲ ਉਹਦੇ ਕੋਲ ਜੇ ਕਿਤੇ ਧਰਮ ਨਹੀਂ, ਪਖੰਡ ਹੈ, ਉਹ ਗਊ ਨੂੰ ਜਾ ਕੇ ਕਿਤੇ ਪੀੜਾ ਜ਼ਰੂਰ ਖਵਾ ਰਿਹਾ ਹੈ, ਲੇਕਿਨ ਉਸੇ ਗਊ ਨੂੰ ਜੇ ਕਿਤੇ ਉਹਦੀ ਦੁਕਾਨ ਦੇ ਉੱਤੇ ਉਹਦੇ ਕਿਸੇ ਸੌਦੇ ਵਿੱਚ ਮੂੰਹ ਮਾਰ ਦੇਵੇ, ਉਹਦੀ ਲੱਤ ਵੀ ਤੋੜ ਦੇਵੇਗਾ, ਉਹਨੂੰ ਮਾਰ ਵੀ ਦੇਵੇਗਾ, ਕਿਉਂਕਿ ਅੰਦਰ ਦਇਆ ਨਹੀਂ। ਉਹ ਕੇਵਲ 5 ਬੰਦਿਆਂ ਨੂੰ ਬਿਠਾ ਕੇ ਕਿਤੇ ਖਵਾ ਤੇ ਦੇਵੇਗਾ ਧਰਮ ਦੇ ਨਾਂ ਦੇ ਉੱਤੇ, ਸੱਚ ਕਰਕੇ ਅੰਦਰ ਦਇਆ ਨਹੀਂ। ਕੋਈ ਭੁੱਖਾ ਉਹਦੇ ਦਰਵਾਜ਼ੇ ਦੇ ਉੱਤੇ ਰੁਲਦਾ ਰਵੇ, ਰੋਂਦਾ ਰਵੇ, ਜਾਨ ਤੋੜ ਦੇਵੇ ਜ਼ਰੂਰਤਮੰਦ, ਉਹਦੀ ਜ਼ਰੂਰਤ ਨੂੰ ਕਦੀ ਪੂਰਾ ਨਹੀਂ ਕਰੇਗਾ। ਸਤਿਗੁਰੂ ਉਹਨਾਂ ਦੇ ਸੁਪਨੇ ਦੇ ਅੰਦਰ ਵੀ ਦਇਆ ਨਹੀਂ ਆ ਸਕਦੀ। ਮਾਰੇ ਕਹਿੰਦੇ ਇਸ ਕਰਕੇ ਭਾਈ ਮਨੁੱਖ ਸੰਸਾਰ ਦੇ ਅੰਦਰ ਜੇ ਕਿਤੇ ਤੂੰ ਜੀਵਨ ਨੂੰ ਸਫਲ ਕਰਨਾ ਹੈ ਤਾਂ ਫਿਰ ਪਰਮਾਤਮਾ ਦੀ ਬੰਦਗੀ ਕਰ। ਸੋ ਸ਼ਬਦ ਦੇ ਅੰਦਰ ਜੋ ਭਗਤ ਜੀ ਬਖਸ਼ਿਸ਼ ਕਰ ਰਹੇ ਨੇ, ਸੰਧਿਆ ਪ੍ਰਾਤ ਇਸ਼ਨਾਨ ਕਰਾਈ, ਜਿਉ ਪੇਦਾ ਦਰ ਪਾਣੀ ਮਾਈ। ਕਹਿੰਦੇ ਨੇ ਰਾਤ ਤੇ ਦਿਨ ਇਸ਼ਨਾਨ ਕਰ ਰਿਹਾ ਹੈ ਮਨੁੱਖ ਜੋ ਹੈ, ਦੋਵੇਂ ਵੇਲੇ ਸਵੇਰੇ ਤੇ ਸ਼ਾਮ, ਦੋਵੇਂ ਵੇਲੇ ਕੇਵਲ ਇਸ਼ਨਾਨ ਹੀ ਕਰੀ ਜਾ ਰਹੇ ਨੇ। ਤੇ ਫਿਰ ਅਵਸਥਾ ਕੀ ਹੈ? ਇਹੋ ਜਿਹੇ ਮਨੁੱਖ ਜੋ ਨੇ ਸਤਿਗੁਰੂ ਪਾਤਸ਼ਾਹ ਉਹ ਸੋਚਦੇ ਨੇ ਕਿ ਅਸੀਂ ਪਵਿੱਤਰ ਹੋ ਗਏ ਹਾਂ, ਉਹ ਸਮਝਦੇ ਨੇ ਅਸੀਂ ਪਵਿੱਤਰ ਹੋ ਗਏ ਹਾਂ, ਪਰ ਅਸਲ ਵਿੱਚ ਉਹ ਇਉਂ ਹਨ ਜਿਵੇਂ ਪਾਣੀ ਦੇ ਵਿੱਚ ਡੱਡੂ ਵਸ ਰਹੇ ਨੇ। ਸਤਿਗੁਰੂ ਨੇ ਡੱਡੂਆਂ ਦੀ ਤਰ੍ਹਾਂ ਹੀ ਨੇ। ਭਗਤ ਜੀ ਕਹਿੰਦੇ ਡੱਡੂਆਂ ਵਰਗਾ ਹੀ ਉਹਨਾਂ ਦਾ ਜੀਵਨ ਹੈ, ਜਿਵੇਂ ਪਾਣੀ ਵਿੱਚ ਟੁੱਬੀ ਮਾਰ ਕੇ ਡੱਡੂ ਬਾਹਰ ਆ ਰਿਹਾ, ਕਦੀ ਵਿੱਚ ਜਾ ਰਿਹਾ, ਤੇ ਡੱਡੂ ਨੂੰ ਉਸ ਦਾ ਕੀ ਫਲ ਲੱਭ ਰਿਹਾ। ਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਭਗਤ ਜੀ ਕਹਿੰਦੇ ਸੰਧਿਆ ਪ੍ਰਾਤ ਇਸ਼ਨਾਨ ਕਰਾਈ, ਜਿਉ ਪੇ ਦਾਦਰ ਪਾਣੀ ਮਾਈ, ਜੋ ਪੈ ਰਾਮ ਰਾਮ ਰਤਨਾਈ। ਭਾਈ ਮਨੁੱਖ ਜਿਨ੍ਹਾਂ ਦੇ ਹਿਰਦੇ ਦੇ ਅੰਦਰ, ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ, ਜੇਕਰ ਆਪਣੇ ਜੀਵਨ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਪਿਆਰ ਪੈਦਾ ਨਹੀਂ ਕੀਤਾ, ਉਹ ਸਾਰੇ ਦੇ ਸਾਰੇ ਧਰਮਰਾਜ ਦੇ ਵਸ ਪੈਣਗੇ, ਧਰਮਰਾਜ ਦੇ ਕੋਲ ਜਾਣਗੇ, ਉੱਥੇ ਲੇਖਾ ਦੇਣਾ ਪਵੇਗਾ। ਜੋ ਪੈ, ਜਿਵੇਂ ਬਾਣੀ ਦੇ ਅੰਦਰ ਆਉਂਦਾ ਹੈ, ਜੋ ਪੈ ਹਮ ਨਾ ਪਾਪ ਕਰਨ ਦਾ ਪਾਪ, ਜੇਕਰ ਉਹਨਾਂ ਦੇ ਹਿਰਦੇ ਦੇ ਅੰਦਰ ਰਾਮ ਨਾਮ ਨਹੀਂ, ਪਰਮਾਤਮਾ ਦੇ ਨਾਲ ਰੱਤ ਤੋਂ ਭਾਵੇਂ ਪਿਆਰ ਨਹੀਂ, ਤਾਂ ਫਿਰ ਉਹ ਸਾਰੇ ਜੀਵ ਧਰਮਰਾਜ ਦੇ ਵਸ ਪੈਣਗੇ। ਕਾਇਆ ਰਤ ਬੋ ਰੂਪ ਰਚਾਈ, ਕਾਇਆ ਸਰੀਰ ਤੇ ਰਤ ਮੋਹ। ਕਹਿੰਦੇ ਨੇ ਕਾਇਆ ਦੇ ਮੋਹ ਦੇ ਵਿੱਚ ਆ ਕੇ ਕਈ ਭੇਖ ਮਨੁੱਖ ਕਰਦਾ ਹੈ, ਕਈ ਕਿਸਮ ਦੇ ਭੇਖ ਬਣਾਉਂਦਾ ਹੈ, ਉਦਰ ਪੂਰਤੀ ਦੇ ਵਾਸਤੇ, ਧਰਮੀ ਸਾਬਤ ਕਰਨ ਵਾਸਤੇ ਕਰਮ ਕਾਂਡਾਂ ਵਿੱਚ ਫਸਿਆ ਹੈ, ਧਰਮ ਦੇ ਨਿਸ਼ਾਨੀਆਂ ਆਪਣੇ ਸਰੀਰ ਦੇ ਉੱਤੇ ਲਾਈ ਜਾ ਰਿਹਾ ਹੈ, ਬੜਾ ਵੱਡਾ ਧਰਮੀ ਬਣਨ ਦਾ ਯਤਨ ਕਰਦਾ ਹੈ। ਤੇ ਮਾਰੇ ਕਹਿੰਦੇ ਫਿਰ ਇੱਕ ਗੱਲ ਚੇਤੇ ਰੱਖਿਓ, ਤਿੰਨ ਕੋ ਦਿਆ ਸੁਪਨੇ ਪੀ ਨਹੀਂ। ਉਹਨਾਂ ਨੂੰ ਕਦੀ ਸੁਪਨੇ ਦੇ ਵਿੱਚ ਵੀ ਦਇਆ ਜੋ ਹੈ ਉਹਨਾਂ ਦੇ ਨੇੜੇ ਨਹੀਂ ਆਉਂਦੀ, ਉਹਨਾਂ ਦੇ ਅੰਦਰ ਤਰਸ ਪੈਦਾ ਨਹੀਂ ਹੁੰਦਾ, ਉਹਨਾਂ ਦਾ ਹਿਰਦਾ ਕਦੇ ਵੀ ਦਰਦਾ ਨਹੀਂ। ਕਹਿੰਦੇ ਉਹ ਸੱਚ ਕਰਕੇ ਧਰਮੀ ਨਹੀਂ ਹੁੰਦੇ। ਅੱਜ ਅਸੀਂ ਦੇਖ ਰਹੇ ਹਾਂ ਲੰਗਰ ਲਗਾ ਸੀ, ਨੰਗੇ ਪੈਰੀ ਬੱਚੇ ਨੂੰ ਨਜ਼ਰ ਪੈ ਗਈ ਸੇਵਾ ਕਰਨ ਵਾਲੇ ਗੁਰਸਿੱਖ ਨੂੰ ਕਿ ਕੋਈ ਲੁੱਕ ਦੇ ਉੱਤੇ ਜੁਲਾਈ ਜੂਨ ਦੇ ਮਹੀਨੇ 'ਚ ਨੰਗੇ ਪੈਰ ਚੱਲ ਰਿਹਾ, ਆਪਣੇ ਪੈਰਾਂ ਦੇ ਹੀ ਜੂਤੇ ਉਤਾਰ ਕੇ ਉਹਨੂੰ ਪਵਾ ਦਿੱਤੇ। ਇਹ ਦਇਆ ਹੈ। ਤੇ ਜਿਨ੍ਹਾਂ ਨੇ ਗਲੂਕੋਸ ਦੇ ਵਿੱਚ ਨਮਕ ਪਾ ਕੇ ਉਹ ਸਾਹ ਲੈਣ ਵਿੱਚ ਮਦਦ ਕਰਨ ਵਾਲੀ ਦਵਾਈ ਦਾ ਉੱਪਰੋਂ ਲੈਵਲ ਲਾ ਕੇ 30,000 ਰੁਪਏ ਦਾ ਟੀਕਾ ਵੇਚ ਦਿੱਤਾ, ਜਿਨ੍ਹਾਂ ਨੇ ਲਾਸ਼ਾਂ ਦੇ ਅੰਦਰੋਂ ਕਿਡਨੀਆਂ ਕੱਢ ਲਈਆਂ, ਉੱਥੇ ਦਇਆ ਤਾਂ ਨਹੀਂ ਨਾ। ਜਿਨ੍ਹਾਂ ਦੇ ਕੋਲ ਦਇਆ ਸੀ ਉਹ ਘਰ ਦਾ ਸਭ ਕੁਝ ਲਾ ਕੇ ਉਹ ਸਿਲੰਡਰ ਲੈ ਕੇ ਪਹੁੰਚ ਗਏ। ਜਿਨ੍ਹਾਂ ਕੋਲ ਦਇਆ ਨਹੀਂ ਸੀ ਉਹਨਾਂ ਦੇ ਹਸਪਤਾਲਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ, ਜਿਨ੍ਹਾਂ ਕੋਲ ਦਇਆ ਸੀ ਉਹਨਾਂ ਨੇ ਗੁਰੂ ਘਰ ਖੋਲ ਦਿੱਤੇ। ਕਹਿਣ ਲੱਗੇ ਆਓ, ਜਿਨ੍ਹਾਂ ਨੂੰ ਮਨੁੱਖਤਾ ਅੱਜ ਹੱਥ ਨਹੀਂ ਲਾ ਰਹੀ ਉਹਨਾਂ ਨੂੰ ਗੁਰੂ ਘਰ ਸਾਂਭ ਲਏਗਾ। ਸਤਿਗੁਰੂ ਨੇ ਸੱਚ ਕਰਕੇ ਸੇਵਕ
ਉਹੀਓ ਬਣਦੇ ਨੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪਰਮਾਤਮਾ ਦੀ ਬੰਦਗੀ ਆਉਂਦੀ ਹੈ। ਤੇ ਮਾਰੇ ਕਹਿੰਦੇ ਨੇ ਚਾਰ ਚਰਨ ਕਹੇ ਬੋ ਆਗਰ, ਚਾਰ ਵੇਦ ਸਤਿਗੁਰ ਕਹਿੰਦੇ ਨੇ ਕਹੇ ਤੋਂ ਭਾਵ ਹੋ ਗਿਆ ਉਚਾਰਦੇ ਹਨ, ਤੇ ਆਗਰ ਤੋਂ ਬਾਅਦ ਸਿਆਣੇ ਮਨੁੱਖ। ਸਿਆਣੇ ਮਨੁੱਖ ਜਿਹੜੇ ਨੇ, ਬਹੁਤੇ ਸਿਆਣੇ ਮਨੁੱਖ, ਉਹ ਧਾਰਮਿਕ ਜੋ ਕਿਤਾਬਾਂ ਨੇ, ਵੇਦ ਜਾਂ ਹੋਰ ਕਿਤਾਬਾਂ ਨੇ, ਉਹਨਾਂ ਨੂੰ ਪੜ੍ਹਦੇ ਨੇ। ਪਰ ਸਤਿਗੁਰ ਕਹਿੰਦੇ ਨਿਰਾ ਪੜ੍ਹਨ ਦਾ ਕੋਈ ਫਾਇਦਾ ਨਹੀਂ। ਅਸੀਂ ਵੀ ਅਖੰਡ ਪਾਠਾਂ ਦੀਆਂ ਲੜੀਆਂ ਚਲਾ ਦਿੱਤੀਆਂ। ਇੱਕ ਪੰਕਤੀ ਸਮਝ ਕੇ ਸੱਜਣ ਠਗੀ ਕਾਤਲ ਵਿੱਤੀ ਛੱਡ ਕੇ ਧਰਮੀ ਬਣ ਗਿਆ, ਪ੍ਰਚਾਰਕ ਬਣ ਗਿਆ। ਤੇ ਅੱਜ ਜਿਹੜਾ ਪ੍ਰਚਾਰਕ ਹੋਣ ਵਾਲਾ ਹੈ, ਗੁਰੂ ਘਰ ਦਾ ਪ੍ਰਬੰਧਕ ਹੋਣ ਵਾਲਾ ਹੈ, ਸੱਚ ਕਰਕੇ ਆਪਣੇ ਆਪ ਨੂੰ ਜਿਹੜਾ ਧਰਮੀ ਹੋਣ ਵਾਲਾ, ਧਰਮ ਸਥਾਨ ਦੇ ਉੱਤੇ ਕਾਬਜ ਹੈ, ਬਾਣੀ ਪੜ੍ਹ ਰਿਹਾ ਹੈ, ਧੜਾਧੜ ਪਾਠ ਵੀ ਕਰੀ ਜਾ ਰਿਹਾ ਹੈ, ਤੇ ਜੇ ਕਿਤੇ ਜੀਵਨ ਅੰਦਰੋਂ ਸਖਣਾ ਹੈ ਤੇ ਸਤਿਗੁਰ ਕੇਵਲ ਉਸ ਬ੍ਰਾਹਮਣ ਨੂੰ ਨਹੀਂ ਕਹਿ ਰਹੇ, ਵੇਦ ਪੜ੍ਹਨ ਵਾਲੇ ਨੂੰ ਨਹੀਂ ਕਹਿ ਰਹੇ, ਸਤਿਗੁਰ ਸਾਨੂੰ ਵੀ ਕਹਿ ਰਹੇ ਨੇ ਕਿ ਭਾਈ ਬਹੁਤੇ ਸਿਆਣੇ ਮਨੁੱਖ ਚਾਰ ਵੇਦਕ ਆਦਿਕ ਪੁਸਤਕਾਂ ਨੂੰ ਨਿਰੇ ਪੜ੍ਹਦੇ ਹਨ। ਨਿਰਾ ਪੜ੍ਹਨ ਦਾ ਕੋਈ ਫਾਇਦਾ ਨਹੀਂ ਭਾਈ। ਤੇ ਮਾਰੇ ਬਖਸ਼ਿਸ਼ ਕਰਦੇ ਨੇ, ਸਾਧੂ ਸੁਖ ਪਾਵੇਂ ਕਲ ਸਾਗਰ। ਕਲ ਸਾਗਰ ਇਹ ਸੰਸਾਰ ਝਗੜਿਆਂ ਦਾ ਸਮੁੰਦਰ। ਮਾਰੇ ਕਹਿੰਦੇ ਨੇ ਇਹਦੇ ਵਿੱਚ ਕੇਵਲ ਤੇ ਕੇਵਲ ਇਸ ਸੰਸਾਰ ਦੇ ਅੰਦਰ ਜੋ ਸੁੱਖ ਕਿਹਨਾਂ ਨੂੰ ਲੱਭਦਾ ਹੈ, ਇਹਦੇ ਵਿੱਚ ਸੁੱਖ ਜੋ ਹੈ ਉਹ ਭਗਤ ਜਨਾਂ ਨੂੰ, ਜਿਹੜੇ ਬੰਦਗੀ ਕਰਨ ਵਾਲੇ ਨੇ, ਉਹਨਾਂ ਨੂੰ ਹੀ ਲੱਭਦਾ ਹੈ। ਇਹ ਝਗੜਿਆਂ ਦੇ ਸਮੁੰਦਰ ਦੇ ਅੰਦਰ। ਨਹੀਂ ਤਾਂ ਮਨੁੱਖ ਸੁੱਖਾਂ ਸਾਰੇ ਹੁੰਦੇ ਆ, ਸੋਹਣੀ ਕੋਠੀ ਹੁੰਦਿਆਂ ਵੀ ਅੰਦਰ ਕਲਪ ਰਿਹਾ, ਸੋਹਣਾ ਬਿਸਤਰ ਹੁੰਦਿਆਂ ਵੀ ਨੀਂਦ ਨਹੀਂ ਆ ਰਹੀ ਹੈ। ਸਾਰੇ ਪਦਾਰਥ ਖਾਣ ਵਾਸਤੇ ਨੇ, ਲੇਕਿਨ ਖਾ ਨਹੀਂ ਸਕਦਾ, ਬਚਾ ਨਹੀਂ ਸਕਦਾ, ਹਜਮ ਨਹੀਂ ਹੋ ਰਹੇ। ਘਰ ਦੇ ਵਿੱਚ ਸਾਰੇ ਸੁੱਖਾਂ ਦੇ ਸਾਧਨ ਪਏ ਨੇ, ਪਰ ਘਰ ਦੇ ਅੰਦਰ ਕਲੇਸ਼ ਹੈ। ਸਤਿਗੁਰ ਕਹਿੰਦੇ ਭਾਈ ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰ ਮਿਲ ਗਾਏ ਗੁਰ। ਜਿਹੜਾ ਗੁਣ ਗਾਉਣ ਵਾਲਾ ਹੈ, ਪ੍ਰਮਾਤਮਾ ਨੂੰ ਚੇਤੇ ਕਰਨ ਵਾਲਾ, ਉਹ ਹਮੇਸ਼ਾ ਸੁਖੀ ਹੈ। ਉਹ ਭਾਵੇਂ ਤੱਤੀ ਤਵੀ ਤੇ ਬਹਿ ਜਾਵੇ, ਭਾਵੇਂ ਆਰੇ ਥੱਲੇ ਹੋਵੇ, ਭਾਵੇਂ ਚਰਖੜੀ ਤੇ ਹੋਵੇ, ਭਾਵੇਂ ਦੇਗ ਦੇ ਵਿੱਚ ਉਬਾਲੇ ਖਾਂਦਾ ਹੋਵੇ, ਭਾਵੇਂ ਰੂਮ ਦੇ ਤਰ੍ਹਾਂ ਤੁੰਬਿਆ ਜਾ ਰਿਹਾ ਹੋਵੇ, ਉਹਨੂੰ ਸੁੱਖ ਹੀ ਲੱਭਦਾ, ਆਨੰਦ ਹੀ ਲੱਭਦਾ ਹੈ, ਕਿਉਂਕਿ ਉਹ ਪ੍ਰਮਾਤਮਾ ਦੇ ਨਾਲ ਜੁੜਿਆ ਹੈ। ਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਭਗਤ ਜੀ ਆਖਰੀ ਪੰਕਤੀ ਦੇ ਅੰਦਰ ਸਮਝਾ ਰਹੇ ਨੇ ਭਾਈ ਕਿ ਭਾਈ ਚਾਰ ਚਰਨ ਕਹੇ ਬੋ ਆਗਰ, ਸਾਧੂ ਸੁਖ ਪਾਵੇਂ ਕਲ ਸਾਗਰ। ਕਿ ਭਾਈ ਵੇਦ ਪੜ੍ਹਨ ਦੇ, ਧਾਰਮਿਕ ਕਿਤਾਬਾਂ ਪੜ੍ਹਨ ਦਾ ਕੋਈ ਫਾਇਦਾ ਨਹੀਂ ਜੇ ਕਿਤੇ ਸੱਚ ਕਰਕੇ ਅੰਦਰੋਂ ਧਰਮੀ ਨਹੀਂ, ਜੇ ਕਿਤੇ ਧਰਮ ਅਨੁਸਾਰ ਤੂੰ ਜੀਵਨ ਨਹੀਂ ਜੀਵਿਆ। ਤੇ ਇਹ ਸੰਸਾਰ ਸਮੁੰਦਰ ਦੇ ਅੰਦਰ ਭਾਈ ਕੇਵਲ ਤੇ ਕੇਵਲ ਸੁੱਖ ਜੋ ਹੈ ਉਹ ਭਗਤ ਜਨਾਂ ਨੂੰ ਹੀ ਲੱਭ ਸਕਦਾ ਹੈ। ਨਹੀਂ ਤਾਂ ਇਹ ਸੰਸਾਰ ਕਲੇਸ਼ਾਂ ਦਾ ਹੀ ਘਰ ਹੈ, ਕਲੇਸ਼ਾਂ ਦਾ ਹੀ ਸਾਗਰ ਹੈ। ਕੋ ਕਬੀਰ ਬੋ ਕਾਇ ਕਰੀ ਜੈ, ਸਰਬਸ ਛੋੜ ਮਹਾਰਸ ਪੀਜੈ। ਅੰਤਲੀ ਭਗਤੀ ਦੇ ਅੰਦਰ ਭਗਤ ਜੀ ਬਖਸ਼ਿਸ਼ ਕਰ ਰਹੇ ਨੇ ਕਿ ਇਹ ਕਬੀਰ ਜੀ ਕਹਿ ਰਹੇ ਨੇ, ਇਹ ਕਬੀਰ ਆਖ ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੀ ਹੈ ਕਿ ਸਭ ਪਦਾਰਥਾਂ ਦਾ ਮੋਹ ਛੱਡ ਕੇ ਪਰਮਾਤਮਾ ਦੇ ਨਾਮ ਦਾ ਰਸ ਪੀਣਾ ਹੀ ਚਾਹੀਦਾ, ਪਰਮਾਤਮਾ ਦੇ ਨਾਮ ਦਾ ਹੀ ਰਸ ਪੀਣਾ ਚਾਹੀਦਾ। ਇਸੇ ਦੇ ਨਾਲ ਜੀਵਨ ਜੋ ਹੈ ਉਹਦਾ ਪਾਰ ਉਤਾਰਾ ਹੈ, ਜੀਵਨ ਜੋ ਹੈ ਉਹ ਪ੍ਰਵਾਨ ਹੋ ਸਕਦਾ ਹੈ। ਇਹ ਜਿੰਨੇ ਤੇਰੇ ਕੋਲ ਧਨ ਪਦਾਰਥ ਨੇ, ਸਰਬਸ ਛੋੜ ਮਹਾਰਸ ਪੀਜੈ, ਇਹਨਾਂ ਸਾਰਿਆਂ ਦੇ ਮੋਹ ਤੋਂ ਉੱਪਰ ਉੱਠ ਕੇ ਭਗਤ ਜੀ ਕਹਿੰਦੇ ਬਾਕੀ ਸਾਰੀਆਂ ਗੱਲਾਂ ਨੂੰ ਛੱਡੀਏ, ਇੱਕੋ ਵਿਚਾਰ ਜੋ ਹੈ ਉਹ ਤਤ ਹੈ। ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਹਰੀ ਭਜਨ ਤੋਂ ਬਿਨਾ, ਬੰਦਗੀ ਤੋਂ ਬਿਨਾ ਛੁਟਕਾਰਾ ਨਹੀਂ ਹੋ ਸਕਦਾ। ਤੇ ਕਬੀਰ ਜੀ ਵੀ ਬਖਸ਼ਿਸ਼ ਕਰ ਰਹੇ ਨੇ, ਸਮਝਾ ਰਹੇ ਨੇ ਕਿ ਭਾਈ ਦੁਨੀਆ ਦੇ ਬਾਕੀ ਰਸਾਂ ਤੋਂ ਬਾਹਰ ਨਿਕਲ, ਜਦੋਂ ਤੋਂ ਨਾਮ ਰਸ ਵਾਲੇ ਪਾਸੇ ਆ ਜਾਵੇਂਗਾ, ਇਹ ਰਸ ਪੀਆ ਉਹ ਰਸ ਨਹੀਂ ਭਾਵਾ। ਜਦੋਂ ਇਸ ਰਸ ਨੂੰ ਪੀ ਲਵੇਂਗਾ, ਇਹ ਮਾਇਕ ਪਦਾਰਥਾਂ ਦੇ ਰਸ ਜੋ ਨੇ ਤੈਨੂੰ ਚੰਗੇ ਨਹੀਂ ਲੱਗਣਗੇ। ਜਦੋਂ ਉਹਨਾਂ ਰਸਾਂ ਨੂੰ ਛੱਡੇਗਾ ਤੇ ਨਾਮ ਪਦਾਰਥ ਦਾ ਜੋ ਰਸ ਹੈ ਇਹ ਤੈਨੂੰ ਚੰਗਾ ਲੱਗੇਗਾ, ਜੀਵਨ ਸਫਲ ਹੋ ਜਾਵੇਗਾ। ਬਾਣੀ ਅਥਾਹ ਸਮੁੰਦਰ ਹੈ, ਬਾਣੀ ਦੀ ਵਿਚਾਰ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ। ਹੋ ਸਕਦਾ ਜੋ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਇਸ ਸ਼ਬਦ ਰਾਹੀਂ ਜੋ ਸਤਿਗੁਰਾਂ ਦੀ ਵਿਚਾਰ ਹੈ ਮੈਂ ਉਸ ਨੂੰ ਵੀ ਸਪਸ਼ਟ ਨਾ ਕਰ ਸਕਿਆ ਹੋਵਾਂ, ਇਹਦੇ ਵਾਸਤੇ ਵੀ ਖਿਮਾ ਮੰਗਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।